ਦੀਪ ਬਾਈ ਹਾਲਾਤ ਕਿਵੇਂ ਬਦਲੇ? ਕਿੱਥੇ ਸਨੀ ਦਿਓਲ ਸੀ, ਕਿੱਥੇ ਮਾਨ ਸਾਹਿਬ? ਜਦੋਂ ਜੰਗਲ ਨੂੰ ਅੱਗ ਲੱਗੀ ਹੋਵੇ ਪਾਣੀ ਪਾਉਣ ਵਾਲਿਆਂ 'ਚ ਖੜਦੇ ਹੋ ਕਿ ਅੱਗ ਲਾਉਣ ਵਾਲਿਆਂ 'ਚ ਖੜਦੇ ਹੋ? ਬਹੁਤ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹੈਗੇ ਨੇ, ਪਾਰਟੀਆਂ ਬਹੁਤ ਨੇ ਬਾਈ ਜੀ, ਚੰਗੀਆਂ ਵੀ ਨੇ। ਆਮ ਆਦਮੀ ਪਾਰਟੀ ਨੂੰ ਵੀ ਲੋਕ ਬਦਲਾਅ ਦੇ ਰੂਪ 'ਚ ਦੇਖਣਾ ਚਾਹੁੰਦੇ ਆ, ਪਰ ਤੁਸੀਂ ਮਾਨ ਸਾਹਿਬ ਨੂੰ ਹੀ ਉਸ ਸ਼ਖਸੀਅਤ ਨੂੰ ਕਿਉਂ ਚੁਣਦੇ ਹੋ? ਇੱਕ ਸ਼ਖਸੀਅਤ ਉਹ ਆ ਜਿਹਨੇ ਕਦੇ ਸਿਧਾਂਤ ਤੇ ਸਮਝੌਤਾ ਨਹੀਂ ਕੀਤਾ। ਇੱਕ ਸ਼ਖਸੀਅਤ ਉਹ ਆ ਜਿਹੜਾ 4 ਦਹਾਕਿਆਂ ਤੋਂ ਸਾਡੇ ਲਈ ਸੰਘਰਸ਼ ਕਰ ਰਿਹਾ, ਪਰ ਅਸੀਂ ਹਮੇਸ਼ਾ ਪਿੱਠ ਦਿਖਾਈ ਆ ਵੀ ਸਾਡੀ ਕੌਮੀਅਤ ਕਿੱਥੇ ਗਈ। ਅਸੀਂ ਆਪਦਾ ਰਾਜ ਮਾਣਦੇ ਸੀ, ਅਸੀਂ ਸੰਘਰਸ਼ ਕੀਤਾ, ਆਜ਼ਾਦੀ ਲਈ ਸੰਘਰਸ਼ ਕੀਤਾ। ਉਹਦੇ 'ਚ 90 ਤੋਂ ਵੱਧ % ਸਾਡੀਆਂ ਸ਼ਹਾਦਤਾਂ, ਸਾਡੀ ਕੁਰਬਾਨੀ ਆ। ਅਸੀਂ ਦਾਅਵਾ ਪੇਸ਼ ਕਰਦੇ ਹਾਂ ਵੀ ਸਾਡੇ ਕੋਲੇ ਕੁਛ ਆਪਦਾ ਹੋਵੇ। ਗਲੀਆਂ ਨਾਲੀਆਂ ਦੀ ਪੋਲਿਟਿਕਸ ਤੇ ਲੈ ਆਉਂਦੇ ਆ, ਸਾਡੇ ਮਸਲੇ ਪਛਾਣਦੇ ਆ, ਸਾਡੇ ਮਸਲੇ ਸਾਡੀ ਹੋਂਦ ਦੇ ਆ, ਸਾਡੇ ਮਸਲੇ ਸਾਡੇ ਨਿਆਂ ਦੇ ਆ, ਸਾਡੇ ਤੇ ਨਿਆਂ ਹੁੰਦਾ। ਮੈਂ ਇੱਕ ਸਵਾਲ ਲੋਕਾਂ ਨੂੰ ਇਹ ਗੱਲਾਂ ਕਿਹੜੇ ਲੋਕਾਂ ਨੂੰ ਤੁਸੀਂ ਸਮਝਾ ਰਹੇ ਹੋ ਜਿਹੜੇ ਅੱਜ 1984 ਦੀ ਗੱਲ ਕਰਦੇ ਨੇ ਵੀ ਦਰਬਾਰ ਸਾਹਿਬ ਨੂੰ ਜੀ ਢਾਤਾ, ਤੇ ਜਦੋਂ ਪਹਿਲੀ ਵਾਰ ਸਰਕਾਰ 84 ਦੇ ਹਮਲੇ ਤੋਂ ਬਾਅਦ ਬਣਦੀ ਹੈ ਫਿਰ ਕਾਂਗਰਸ ਦੀ ਬਣਦੀ ਹੈ ਜੀ? ਉਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਤਾਂ ਦਾਅਵਾ ਕਰ ਰਹੀ ਹੈ ਵੀ ਪੰਜਾਬ ਨੂੰ ਪੰਜਾਬ ਬਣਾ ਕੇ ਦਿਖਾਵਾਂਗੇ, ਜਿਹੜਾ ਕਰਜ਼ੇ ਵੀ ਉਤਾਰਾਂਗੇ, ਐਜੂਕੇਸ਼ਨ ਦੀ ਵੀ ਗੱਲ ਕਰਦੇ ਆ, ਖੁਦ ਮੁਖਤਿਆਰੀ ਵਗੈਰਾ ਸਾਰੀ ਗੱਲ ਕਰਦੇ ਆ ਜੀ। ਇੱਕ ਸਵਾਲ ਕੇਜਰੀਵਾਲ ਨੂੰ ਆਪਾਂ ਪੁੱਛਦੇ ਹਾਂ, ਤੁਸੀਂ ਕਹਿੰਦੇ ਹੋ ਪੰਜਾਬ ਨੂੰ ਪੰਜਾਬ ਬਣਾਵਾਂਗੇ, ਪੰਜਾਬ ਦੇ ਹੱਕ ਦੇਵਾਂਗੇ, ਫਿਰ ਜਿਹੜਾ ਅਸੀਂ ਦਿੱਲੀ ਨੂੰ ਪਾਣੀ ਦਿੰਨੇ ਆ ਉਹਦਾ ਮੁੱਲ ਦੇ ਦਿਓ, ਸਾਨੂੰ 1000 ਰੁਪਈਆ ਨਾ ਦਿਓ। ਤੁਸੀਂ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦਾ ਮੁੱਲ ਦੇ ਦਿਓ, ਅਸੀਂ ਕਹਾਂਗੇ ਤੁਸੀਂ ਹੱਕ ਦੇ ਰਹੇ ਹੋ। ਅੱਜ ਜਿੱਥੇ ਆਪ ਦੀ ਕੋਈ ਰੈਲੀ ਹੁੰਦੀ ਆ ਸਾਰਾ ਮੀਡੀਆ ਪਹੁੰਚ ਜਾਂਦਾ, ਜਿੱਥੇ ਕਾਂਗਰਸ ਦੀ ਰੈਲੀ ਹੁੰਦੀ ਆ ਸਾਰਾ ਮੀਡੀਆ ਪਹੁੰਚ ਜਾਂਦਾ, ਜਿੱਥੇ ਕੋਈ ਈਵਨ ਬੀਜੇਪੀ ਵਾਲਿਆਂ ਦੀ ਰੈਲੀ ਹੁੰਦੀ ਉਹ ਸਾਰਾ ਮੀਡੀਆ ਉੱਥੇ ਕਿਵੇਂ ਖਬਰਾਂ ਨੂੰ ਉਛਾਲ ਕੇ ਦਿਖਾਇਆ ਜਾਂਦਾ। ਕੱਲ੍ਹ ਹੀ ਮੈਂ ਇੱਕ ਸਟੇਜ ਤੋਂ ਲੈਟਰ ਪੜ੍ਹ ਰਿਹਾ ਸੀ, ਅੰਬਾਲੇ 'ਚ ਕਸ਼ਮੀਰੀ ਸਟੂਡੈਂਟਸ ਤੇ ਜ਼ੁਲਮ ਹੋਇਆ, ਇੱਕ ਮੌਬ ਨੇ ਉਹਨਾਂ ਤੇ ਜਾ ਕੇ ਹਮਲਾ ਕੀਤਾ। ਮਾਨ ਸਾਹਿਬ ਨੇ ਚਿੱਠੀ ਲਿਖੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਮਾਨ ਸਾਹਿਬ ਨੇ ਚਿੱਠੀ ਲਿਖੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ, ਸਾਰੇ ਜਿਹੜੇ ਆਰਮੀ ਦੇ ਜਨਰਲਸ ਨੂੰ ਵੀ ਇਹ ਸਿਵਲ ਅਲਰਟ ਅਨਾਉਂਸ ਕਰੋ। ਤੁਸੀਂ ਇੱਥੇ ਘੱਟ ਗਿਣਤੀਆਂ ਨਾਲ ਕੋਈ ਧੱਕਾ ਨਹੀਂ ਹੋ ਸਕਦਾ। ਜਦੋਂ ਕੇਸ ਪਏ, ਮਾਨ ਸਾਹਿਬ ਉਹਨਾਂ ਕੇਸਾਂ ਦੇ ਰੋਸ ਵਜੋਂ ਸਰਕਾਰ ਦੇ ਨਾਲ ਭਿੜੇ ਕਦੇ ਦਿਖਾਇਆ ਗਿਆ? ਸਾਡਾ ਜਰਨੈਲ, ਇਹ ਬਹੁਤ ਲੋਕ ਇਹ ਸਵਾਲ ਕਰਦੇ ਆ ਵੀ ਇੱਕ ਸੀਟ ਨਾਲ ਕੀ ਹੋ ਜੂ, ਸਰਕਾਰ ਤਾਂ ਬਣਨੀ ਨਹੀਂ। ਜਿਹੜੀਆਂ ਸਰਕਾਰਾਂ ਬਣ ਗਈਆਂ ਉਹਨਾਂ ਨੇ ਕੀ ਕਰਤਾ ਸਾਡਾ? ਜਦੋਂ ਦੁਸ਼ਮਣ ਦੇ ਕਿਲੇ 'ਚ ਸਾਡੀ ਆਵਾਜ਼ ਗੂੰਜੂਗੀ ਫਿਰ ਕੋਈ ਨਹੀਂ, ਕਿਲਾ ਵੀ ਸਰ ਕਰ ਲਾਂਗੇ। ਇੱਕ ਕੱਲ ਤੁਸੀਂ ਹੱਥ 'ਚ ਝਾੜੂ ਫੜਿਆ, ਇੱਕ ਸਾਈਡ ਕਿਰਪਾਨ। ਕੱਲ ਲੋਕਾਂ ਦੀ ਇਹ ਵੀ ਰਾਏ ਸੀਗੀ, ਉਹ ਕਹਿੰਦੇ ਵੀ ਤੁਸੀਂ ਕਿਰਪਾਨ ਤਾਂ ਦਿਖਾ ਰਹੇ ਹੋ, ਝਾੜੂ ਤਾਂ ਉਹਨਾਂ ਦਾ ਚੋਣ ਨਿਸ਼ਾਨ ਹੈ, ਵੀ ਤੁਸੀਂ ਕਹਿੰਦੇ ਝਾੜੂ ਫੜਨਾ। ਉਹ ਕਹਿੰਦੇ ਉਹਨਾਂ ਕੋਲ ਬਾਲਟੀ ਹੈ, ਕੌਮ ਤਾਂ ਬਾਲਟੀਆਂ ਚੱਕਣ ਵਾਲੀ ਵੀ ਨਹੀਂ ਹੈਗੀ। ਦੇਖੋ, ਬਾਲਟੀ ਅਸੀਂ ਤਾਂ ਨਹੀਂ ਲਈ, ਸਾਨੂੰ ਜੇ ਇਹ ਕਹਿੰਦੇ ਵੀ ਤੁਸੀਂ ਚੁਣ ਲਓ, ਅਸੀਂ ਤਾਂ ਫਿਰ 2 ਸ਼੍ਰੀ ਸਾਹਿਬ ਆਏ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਚੁਣਦੇ। ਆਪਦੇ ਆਪ ਨੂੰ ਪੁੱਛ ਲਓ, ਆਪਦੇ ਆਪ ਨੂੰ ਜਵਾਬ ਦੇ ਦਿਓ। ਲੋਕਾਂ ਨੂੰ ਜਵਾਬ ਮਿਲ ਗਿਆ, ਜੇ ਝਾੜੂ ਚੱਕਣਾ ਤਾਂ ਛਿੱਤਰ ਖਾਓਗੇ। ਇਹਨਾਂ ਨੇ ਹੱਥ 'ਚ ਝਾੜੂ ਫੜਾ ਦੇਣਾ, ਗਲੀਆਂ ਨਾਲੀਆਂ ਸੁੰਭਰਦੇ ਫਿਰਿਓ, ਤੇ ਜਦੋਂ ਇਹਨਾਂ ਦਾ ਮਨ ਕਰੂਗਾ ਤੁਹਾਡੇ ਆ ਕੇ 4 ਛਿੱਤਰ ਵੀ ਮਾਰ ਜਾਣਗੇ। ਤੇ ਮੈਜੋਰਿਟੀ ਨੇ ਇਹਨਾਂ ਨੂੰ ਕੀ ਕਰਨਾ, ਇਹਨਾਂ ਦੀਆਂ ਵੋਟਾਂ ਪਾ ਗਵਰਨਮੈਂਟਾਂ ਬਣਾਉਣੀਆਂ। ਤੇ ਜੇ ਹੱਥ 'ਚ ਸ਼੍ਰੀ ਸਾਹਿਬ ਫੜੀ ਹੋਊਗੀ ਤੇ ਫਿਰ ਭਾਜਪਾ ਨੂੰ ਕਿਵੇਂ ਵੇਖਦੇ ਹੁਣ? ਭਾਜਪਾ ਨੂੰ ਬਾਈ ਸਾਡੇ ਦੁਸ਼ਮਣ ਆ। ਦੁਸ਼ਮਣ ਕਿਵੇਂ ਬਾਈ? ਤੁਹਾਡੇ ਹੌਬੀ ਧਾਲੀਵਾਲ ਜਿਹੜੇ ਤੁਹਾਡੀ ਫਿਲਮ 'ਚ ਕੰਮ ਵੀ ਕਰਨ ਲੱਗੇ ਸੀ, ਉਹ ਤੇ ਕਹਿੰਦੇ ਬਹੁਤ ਵਧੀਆ ਪਾਰਟੀ, ਇੱਕ ਵਾਰ ਕਹਿੰਦੇ ਮੈਂ ਸਿਰਫ ਮੁਲਾਕਾਤ ਕਰਵਾਉਣੀ ਆਪਣੇ ਸਾਥੀਆਂ ਦੀ, ਉਹਨਾਂ ਨੇ ਕਹਿਣਾ ਵਾਹ ਵੀ ਨਜ਼ਾਰੀ ਆ। ਪਰ ਹੁਣ ਉਹਨਾਂ ਦੀ ਜਦੋਂ ਐਸੋਸੀਏਸ਼ਨ ਬੀਜੇਪੀ ਨਾਲ ਹੋ ਗਈ ਤੇ ਉਸ ਐਸੋਸੀਏਸ਼ਨ ਨੂੰ ਸਿਧਾਂਤਕ ਲੈਵਲ ਤੇ ਜੇ ਦੇਖੀਏ ਫਿਰ ਉਹਨਾਂ ਨੂੰ ਫਿਲਮ 'ਚੋਂ ਪਾਸੇ ਕਰਨਾ ਪਿਆ, ਇਸ ਕਰਕੇ ਆਪਾਂ ਕੱਢਤਾ ਜੀ। ਕੱਢਤੇ? ਹਾਂਜੀ ਹਾਂਜੀ, ਕਿ ਪਹਿਲੇ ਮਰ ਗਏ ਸੀ ਉਹ, ਮਾਰਤੇ। 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੀਪ ਸਿੱਧੂ ਭਾਜਪਾ ਦੇ ਸਨੀ ਦਿਓਲ ਦੇ ਨਾਲ ਖੜੇ ਨਜ਼ਰ ਆਏ ਸੀਗੇ, ਪਰ ਹੁਣ ਹਾਲਾਤ ਬਦਲੇ ਨੇ। ਦੀਪ ਸਿੱਧੂ ਇਸ ਵੇਲੇ ਹਲਕਾ ਅਮਰਗੜ੍ਹ ਤੋਂ, ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਹੋਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ। ਗੱਲਬਾਤ ਕਰਦੇ ਹਾਂ। ਦੀਪ ਬਾਈ, ਹਾਲਾਤ ਕਿਵੇਂ ਬਦਲੇ? ਕਿੱਥੇ ਸਨੀ ਦਿਓਲ ਸੀ, ਕਿੱਥੇ ਮਾਨ ਸਾਹਿਬ? ਨਹੀਂ ਜੀ, ਦੇਖੋ ਉਸ ਵੇਲੇ ਸਿਚੁਏਸ਼ਨ ਜਿਹੜੀ ਇੱਕ ਬੜੀ ਨਾਰਮਲ ਚੱਲ ਰਹੀ ਸੀ, ਤੇ ਜ਼ਮੀਰਾਂ ਦੀ ਆਵਾਜ਼ ਉਸ ਨਾਰਮਲ ਸਿਚੁਏਸ਼ਨ 'ਚ ਸਾਨੂੰ ਜ਼ਮੀਰ ਆਵਾਜ਼ ਹੀ ਨਹੀਂ ਮਾਰਦੀ, ਕਿਉਂਕਿ ਬੜਾ ਇੱਕ ਸਭ ਕੁਝ ਨਾਰਮਲ ਚੱਲ ਰਿਹਾ। ਫਿਰ ਉਸ ਤੋਂ ਬਾਅਦ ਇੱਕ ਸੰਘਰਸ਼ ਉੱਠਿਆ, ਕਿਸਾਨੀ ਸੰਘਰਸ਼, ਜਿਹਦੇ 'ਚ ਉਹ ਪੜਾਅ ਇਤਿਹਾਸ ਦਾ, ਸਮੇਂ ਦਾ ਨਾਰਮਲ ਨਹੀਂ ਸੀ, ਟਰਬੂਲੈਂਟ ਸੀ ਪੀਰੀਅਡ। ਉਹ ਟਰਬੂਲੈਂਟ ਪੀਰੀਅਡ 'ਚ ਸਾਡੀ ਜ਼ਮੀਰ ਨੇ ਵੀ ਆਵਾਜ਼ ਦੇਣੀ ਹੁੰਦੀ ਆ, ਸੁੱਤੀ ਜ਼ਮੀਰ ਨੇ ਜਾਗਣਾ ਵੀ ਹੁੰਦਾ। ਤੇ
ਉਸ ਵੇਲੇ ਤੁਹਾਡੇ ਕਿਰਦਾਰ ਦੀ ਵੀ ਪਰਖ ਹੋਣੀ ਹੁੰਦੀ ਆ। ਉਸ ਵੇਲੇ ਤੁਸੀਂ ਕਿਹੜੇ ਪਾਸੇ ਖੜਦੇ ਹੋ ਜਾ ਕੇ, ਜਦੋਂ ਜੰਗਲ ਨੂੰ ਅੱਗ ਲੱਗੀ ਹੋਵੇ ਪਾਣੀ ਪਾਉਣ ਵਾਲਿਆਂ 'ਚ ਖੜਦੇ ਹੋ ਕਿ ਅੱਗ ਲਾਉਣ ਵਾਲਿਆਂ 'ਚ ਖੜਦੇ ਹੋ। ਉਹ ਉਹਨਾਂ ਹਾਲਾਤਾਂ 'ਚ ਫਿਰ ਪਤਾ ਲੱਗਦਾ। ਜਦੋਂ ਹਾਲਾਤ ਬਣੇ ਫਿਰ ਜਿੱਥੇ ਖੜਨਾ ਚਾਹੀਦਾ ਸੀ ਉੱਥੇ ਖੜ ਗਏ ਆ ਕੇ ਜੀ। ਬਹੁਤ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਹੈਗੇ ਨੇ, ਪਾਰਟੀਆਂ ਬਹੁਤ ਨੇ ਬਾਈ ਜੀ, ਇਹ ਚੰਗੀਆਂ ਵੀ ਨੇ। ਆਮ ਆਦਮੀ ਪਾਰਟੀ ਨੂੰ ਵੀ ਲੋਕ ਬਦਲਾਅ ਦੇ ਰੂਪ 'ਚ ਦੇਖਣਾ ਚਾਹੁੰਦੇ ਆ, ਪਰ ਤੁਸੀਂ ਮਾਨ ਸਾਹਿਬ ਨੂੰ ਹੀ ਉਸ ਸ਼ਖਸੀਅਤ ਨੂੰ ਕਿਉਂ ਚੁਣਦੇ ਹੋ? ਦੇਖੋ, ਸਾਡੀ ਕੌਮੀਅਤ ਦੀ ਗੱਲ ਅੱਜ ਤੱਕ ਸਿਰਫ ਇੱਕ ਸ਼ਖਸ ਨੇ ਕੀਤੀ ਆ। ਹੁਣ ਜਾਂ ਤਾਂ ਅਸੀਂ ਇਹ ਕਹਿ ਦਈਏ ਵੀ ਆਪਦੀ ਕੌਮੀਅਤ ਨੂੰ ਅਸੀਂ ਭੁੱਲ ਗਏ ਆ। ਸਾਡੀ ਸੋਵਰੈਂਟੀ ਦੀ ਗੱਲ ਜਿਹੜੀ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਆ, ਉਹਦੀ ਇੱਕੋ ਹੀ ਸ਼ਖਸ ਨੇ ਅੱਜ ਤੱਕ ਗੱਲ ਕੀਤੀ ਆ। ਇੱਕੋ ਹੀ ਸ਼ਖਸ, ਇੱਕ ਸ਼ਖਸੀਅਤ ਉਹ ਆ ਜਿਹਨੇ ਕਦੇ ਸਿਧਾਂਤ ਤੇ ਸਮਝੌਤਾ ਨਹੀਂ ਕੀਤਾ। ਇੱਕ ਸ਼ਖਸੀਅਤ ਉਹ ਆ ਜਿਹੜਾ 4 ਦਹਾਕਿਆਂ ਤੋਂ ਸਾਡੇ ਲਈ ਸੰਘਰਸ਼ ਕਰ ਰਿਹਾ, ਪਰ ਅਸੀਂ ਹਮੇਸ਼ਾ ਪਿੱਠ ਦਿਖਾਈ ਆ। ਹੁਣ ਜਦੋਂ ਮੈਂ ਕਿਹਾ ਕ੍ਰਾਈਸਿਸ ਆਉਂਦਾ ਨਾ, ਕ੍ਰਾਈਸਿਸ ਆਪਦੇ ਤੇ ਬਗਾਨਿਆਂ ਦੀ ਪਛਾਣ ਕਰਾ ਜਾਂਦਾ। ਇਹ ਕ੍ਰਾਈਸਿਸ ਦਾ ਜਦੋਂ ਸਮਾਂ ਪੈਂਦਾ, ਤੱਤੀ ਹਵਾ ਵਗਦੀ ਆ, ਉਦੋਂ ਆਪਦੇ ਤੇ ਬਗਾਨਿਆਂ ਦੀ ਪਛਾਣ ਹੁੰਦੀ ਆ ਨਾ। ਇਸ ਲਈ ਸਮਾਂ ਵੀ ਔਖਾ ਆਉਣਾ ਬਹੁਤ ਜ਼ਰੂਰੀ ਆ। ਉਹ ਇਸੇ ਸਮੇਂ 'ਚੋਂ ਲੰਘ ਕੇ, ਕਿਸਾਨੀ ਸੰਘਰਸ਼ 'ਚੋਂ ਲੰਘ ਕੇ ਚੋਣ ਆਈ। ਚੋਣ 'ਚ ਜਦੋਂ ਆ ਕੇ ਆਪਾਂ ਖੜ੍ਹੇ ਆ, ਉਦੋਂ ਪਹਿਲਾਂ ਉਹ ਕ੍ਰਾਈਸਿਸ 'ਚ ਇਹ ਸਮਝ ਗਏ ਵੀ ਸਾਡਾ ਕੌਣ ਆ ਤੇ ਬਗਾਨਾ ਕੌਣ ਆ। ਬਾਈ ਜੀ, ਆਪਾਂ ਹੁਣ ਇੱਥੇ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਗਲਤ ਕਹੀਏ ਜਾਂ ਫਿਰ ਕੌਮ ਨੂੰ ਗਲਤ ਕਹੀਏ? ਕਿਉਂਕਿ ਇੱਕ ਲੰਮੇ ਸਮੇਂ ਤੋਂ ਤੁਸੀਂ 4 ਦਹਾਕਿਆਂ ਦੀ ਗੱਲ ਕਰਦੇ ਹੋ, ਇਹ ਸੰਘਰਸ਼ ਕਰੀ ਜਾ ਰਹੇ ਨੇ। ਇੱਕ ਵਾਰ ਲੋਕ ਸਭਾ ਜਾਂਦੇ ਨੇ, ਮਤਲਬ ਕਿ ਨਹੀਂ ਇਹਨਾਂ ਨੂੰ ਪਹਿਚਾਣ ਪਾ ਰਹੇ। ਕਾਰਨ ਕੀ ਲੱਗਦਾ, ਜਾਂ ਇਹਨਾਂ ਦੇ ਪ੍ਰਚਾਰ ਕਰਨ ਦਾ ਢੰਗ ਠੀਕ ਨਹੀਂ ਹੈ? ਨਹੀਂ, ਇਹ ਗੱਲ ਨਹੀਂ ਹੈ ਜੀ। ਦੇਖੋ, ਮਾਨ ਸਾਹਿਬ ਨੇ ਤਾਂ ਜਿਸ ਤਰ੍ਹਾਂ ਸਾਨੂੰ ਰਿਪਰੈਜ਼ੈਂਟ ਕੀਤਾ, ਮਾਨ ਸਾਹਿਬ ਨੇ ਸਾਡੇ ਪ੍ਰਾਈਮ ਮਿਨਿਸਟਰਸ ਤੋਂ ਲੈ ਕੇ ਬਾਹਰਲੇ ਦੇਸ਼ਾਂ ਦੇ ਅੰਬੈਸਡਰਸ ਤੋਂ ਲੈ ਕੇ ਕੌਮ ਨੂੰ ਹਰ ਜਗ੍ਹਾ ਰਿਪਰੈਜ਼ੈਂਟ ਕੀਤਾ। ਮਾਨ ਸਾਹਿਬ ਆਪਦਾ ਕੰਮ ਕਰਦੇ ਰਹੇ, ਕੌਮ ਨੇ ਆਪਦਾ ਕੰਮ ਨਹੀਂ ਕੀਤਾ। ਕੌਮ ਨੇ ਬੌਧਿਕ ਪੱਧਰ ਤੇ ਕਦੇ ਇਹ ਗੱਲ ਹੀ ਨਹੀਂ ਸਮਝੀ ਸਾਡਾ ਆਗੂ ਕੌਣ ਆ ਤੇ ਸਾਡਾ ਜਰਨੈਲ ਕੌਣ ਆ। ਹੁਣ ਉਹਦਾ ਵੀ ਕਾਰਨ ਇਹ ਆ, ਉਹਦਾ ਕਾਰਨ ਇਹ ਆ ਵੀ ਕੌਮ ਕੋਲੇ ਆਪਦਾ ਕੋਈ ਸਟਰਕਚਰ ਹੀ ਨਹੀਂ ਆ। ਕੌਮ ਇੱਕ ਗੁਲਾਮੀ ਦੇ ਦੌਰ 'ਚੋਂ ਲੰਘ ਰਹੀ ਆ। ਉਸ ਗੁਲਾਮੀ ਦੇ ਦੌਰ 'ਚ ਤੁਹਾਡੇ ਕੋਲੇ ਬੜੇ ਤਰ੍ਹਾਂ ਦੇ ਮਸਲਿਆਂ ਦਾ ਪੈਦਾ ਹੋਣਾ ਸੁਭਾਵਿਕ ਆ। ਸਾਡੀ ਸਮਝ ਨਾ ਬਣਨੀ ਵੀ ਸੁਭਾਵਿਕ ਆ। ਪਰ ਮੈਂ ਤੁਹਾਨੂੰ ਜਿਵੇਂ ਕਿਹਾ ਨਾ, ਔਰ ਇਹ ਗੱਲ ਸਾਰਿਆਂ ਤੇ ਸਾਡੇ ਲਾਗੂ ਹੁੰਦੀ ਆ। ਬਹੁਤ ਸਾਡੇ ਬੰਦੇ, ਉਹ ਦੇਖੋ ਤੁਸੀਂ ਦਿੱਲੀ ਵਾਲਿਆਂ ਨਾਲ ਦਹਾਕਿਆਂ ਤੋਂ ਰਲੇ ਫਿਰਦੇ ਆ, ਹੁਣ ਵੀ ਰਲੇ ਫਿਰਦੇ ਆ, ਕਿਉਂਕਿ ਸਮਝ ਉਹਨਾਂ ਦੀ ਹਜੇ ਉੱਥੇ ਪੈਦਾ ਹੋਈ ਨਹੀਂ। ਬੌਧਿਕ ਪੱਧਰ ਤੇ ਗੱਲ ਹੀ ਨਹੀਂ ਸਮਝੀ ਵੀ ਜਿਹੜਾ ਸਾਡੀ ਕੌਮੀਅਤ ਦੀ ਗੱਲ ਕਰਦਾ, ਜਿਹੜਾ ਸਾਡੀ ਸੋਵਰੈਂਟੀ ਦੀ ਗੱਲ ਕਰਦਾ, ਜਿਹੜਾ ਆਗੂ ਪੰਜਾਬੀ ਭਾਈਚਾਰੇ ਦੀ ਗੱਲ ਕਰਦਾ, ਜਿਹੜਾ ਆਗੂ ਵੈਲ ਐਜੂਕੇਟਿਡ ਆ, ਜਿਹੜਾ ਸਾਨੂੰ ਕਿਤੇ ਰਿਪਰੈਜ਼ੈਂਟ ਕਰਨ ਵਾਸਤੇ, ਸਾਡੀ ਨੁਮਾਇੰਦਗੀ ਵਾਸਤੇ ਉਹ ਬਹੁਤ ਇਕਵਿਪਡ ਆ। ਇਨ ਟਰਮਸ ਆਫ ਉਹ ਨੈਸ਼ਨਲੀ ਵੀ ਸਾਡੀ ਰਿਪਰੈਜ਼ੈਂਟੇਸ਼ਨ ਦੇ ਸਕਦਾ, ਇੰਟਰਨੈਸ਼ਨਲੀ ਵੀ ਦੇ ਸਕਦਾ। ਅਸੀਂ ਉਸ ਆਗੂ ਨੂੰ ਹਮੇਸ਼ਾ ਨਿਰਾਸ਼ ਕੀਤਾ। ਕਿਉਂਕਿ ਕਈ ਲੋਕ ਇਹ ਕਹਿੰਦੇ ਨੇ ਵੀ ਮਾਨ ਸਾਹਿਬ ਨੂੰ ਹੁਣ ਤੱਕ ਰਾਜਨੀਤੀ ਨਹੀਂ ਕਰਨੀ ਆਈ। ਉਹਦਾ ਕਾਰਨ ਉਹ ਇਹ ਕਹਿੰਦੇ ਨੇ, ਉਹ ਕਹਿੰਦੇ ਜਿਵੇਂ ਹੁਣ ਭਾਜਪਾ ਹੈ ਜੀ, ਉਹ ਸਾਰੇ ਲੋਕਾਂ ਨੂੰ ਵਿਕਾਸ ਦੀਆਂ ਗੱਲਾਂ ਕਰਦੀ ਹੈ, ਆਪਾਂ ਇਹ ਦੇਣਾ ਜੀ ਗਰੀਬਾਂ ਲਈ, ਇਹ ਕਰਾਂਗੇ। ਤੇ ਪਰ ਮਾਨ ਸਾਹਿਬ ਦਾ ਭਾਸ਼ਣ ਸ਼ੁਰੂ ਹੁੰਦਾ ਪੰਥ ਦੀ ਗੱਲ ਤੋਂ, ਤੇ ਨਿਰੋਲ ਪੰਥ ਦੇ ਨਾਲ ਵੀ ਉਹ ਕਹਿੰਦੇ ਵੀ ਠੀਕ ਹੈ, ਪੰਥ ਦੀ ਗੱਲ ਪਹਿਲਾਂ ਰਾਜ ਲੈ ਲਓ ਤੇ ਫਿਰ ਪੰਥ ਦੀ ਗੱਲ ਕਰ ਲਿਓ। ਜਿਵੇਂ ਉਹ ਹੁਣ ਇਸ ਤੋਂ ਬਾਅਦ ਜਦੋਂ ਉਹਨਾਂ ਦੇ ਹੱਥ ਗੱਦੀ ਹੈ ਜੀ, ਤਾਂ ਹਿੰਦੂ ਰਾਸ਼ਟਰ ਦੀ ਗੱਲ ਬਾਅਦ ਦੇ ਵਿੱਚ ਉਹ ਸ਼ੁਰੂ ਕਰਦੇ ਆ। ਤੇ ਇਸੇ ਤਰ੍ਹਾਂ ਬਹੁਤ ਲੋਕਾਂ ਦੇ ਕਮੈਂਟ ਨੇ ਬਾਈ ਜੀ ਗੱਲ ਸਮਝੋ ਤੁਸੀਂ, ਇਹ ਕੀ ਗੱਲ ਹੁੰਦੀ ਆ? ਉਹਦੇ ਪਿੱਛੇ ਤੁਸੀਂ ਕਹਿੰਦੇ ਉਹਨਾਂ ਨੇ ਰਾਜ ਲਿਆ ਤੇ ਫਿਰ ਉਹ ਰਾਸ਼ਟਰ ਦੀ ਗੱਲ ਕਰਦੇ ਆ। RSS 100 ਸਾਲ ਤੋਂ ਵੱਧ ਦਾ ਸੰਘਰਸ਼ ਆ ਉਹਨਾਂ ਕੋਲੇ। ਫਿਰ ਉਹਨਾਂ ਦੀ ਹਕੂਮਤ ਹਮੇਸ਼ਾ ਹੀ ਰਹੀ ਆ, ਚਾਹੇ ਉਹ ਕਾਂਗਰਸ ਦੇ ਰੂਪ 'ਚ ਹੋਵੇ, ਚਾਹੇ ਉਹ ਕਦੇ ਜਨਤਾ ਦਲ ਦੇ ਰੂਪ 'ਚ ਹੋਵੇ, ਚਾਹੇ ਉਹ ਭਾਜਪਾ ਦੇ ਰੂਪ 'ਚ ਹੋਵੇ। ਹਕੂਮਤ ਹਮੇਸ਼ਾ ਹੀ ਰਹੀ ਆ, ਸਥਿਤੀ ਉਹਨਾਂ ਦੇ ਹਮੇਸ਼ਾ ਹੀ ਅਨੁਕੂਲ ਰਹੀ ਆ। ਸਾਡੀ ਨਾ ਤਾਂ ਹਕੂਮਤ ਆ, ਨਾ ਸਾਡੇ ਕੋਲੇ ਕੋਈ ਆਪਦਾ ਸਟਰਕਚਰ ਆ, ਨਾ ਸਾਡੇ ਕੋਲੇ ਉਸ ਤਰ੍ਹਾਂ ਦੇ ਆਗੂ ਅਸੀਂ ਪੈਦਾ ਕਰ ਸਕੇ ਜਿਹੜੇ ਸਾਡੀ ਕੌਮੀਅਤ ਤੇ ਪਹਿਰਾ ਦੇ ਸਕਣ, ਸਿਰਫ ਮਾਨ ਸਾਹਿਬ ਤੋਂ ਇਲਾਵਾ। ਗਲਤੀ ਕੀ ਦੀ ਹੈ ਜੀ, ਕਿੱਥੇ ਹੋਈ ਹੈ? ਦੇਖੋ, ਗਲਤੀ ਕੀ ਆ? ਗਲਤੀ ਸਾਡੀ 47 ਤੋਂ ਹੋਈ ਆ, ਜਦੋਂ ਸਾਡੇ ਕੋਲੇ ਸਾਡੀ ਰਿਪਰੈਜ਼ੈਂਟੇਸ਼ਨ ਦੇਣ ਵਾਲੇ ਆਗੂ ਹੀ ਨਹੀਂ ਸੀ ਜਿਹੜੇ ਇਹ ਕਹਿ ਸਕਦੇ ਵੀ ਸਾਡੀ ਕੌਮੀਅਤ ਕਿੱਥੇ ਗਈ। ਅਸੀਂ ਆਪਦਾ ਰਾਜ ਮਾਣਦੇ ਸੀ, ਅਸੀਂ ਸੰਘਰਸ਼ ਕੀਤਾ, ਆਜ਼ਾਦੀ ਲਈ ਸੰਘਰਸ਼ ਕੀਤਾ। ਉਹਦੇ 'ਚ 90 ਤੋਂ ਵੱਧ % ਸਾਡੀਆਂ ਸ਼ਹਾਦਤਾਂ, ਸਾਡੀ ਕੁਰਬਾਨੀ ਆ। ਅਸੀਂ ਦਾਅਵਾ ਪੇਸ਼ ਕਰਦੇ ਹਾਂ ਵੀ ਸਾਡੇ ਕੋਲੇ ਕੁਛ ਆਪਦਾ ਹੋਵੇ। ਉਹ ਦਾਅਵਾ ਨਹੀਂ ਪੇਸ਼ ਕੀਤਾ ਗਿਆ। ਜੇ ਪੇਸ਼ ਕੀਤਾ ਗਿਆ ਤਾਂ ਬੜੇ, ਆਪਾਂ ਇਹ ਕਹਿ ਲਈਏ ਵੀ ਬੜੇ ਸੌਖੇ ਜੇ ਢੰਗ ਨਾਲ ਪੇਸ਼ ਕੀਤਾ ਗਿਆ। ਉਹਦੇ ਤੇ ਕਿਸੇ ਨੇ ਅਸਰਟ ਹੋ ਕੇ
ਕੰਮ ਨਹੀਂ ਕੀਤਾ। 1977 ਦੇ ਵਿੱਚ ਤਾਂ ਪੇਸ਼ ਕੀਤਾ ਜਾਂਦਾ ਨਾ, ਜਦੋਂ 18 ਮਤੇ ਲੈ ਕੇ ਆਏ ਜਾਂਦੇ ਆ, ਉਹਦੇ ਵਿੱਚ ਤਾਂ ਗੱਲ ਕੀਤੀ ਦੇਖੋ ਫਿਰ ਉਹ ਦਾਵਾ ਪੇਸ਼ ਹੋਇਆ ਧਰਮ ਯੁੱਧ ਮੋਰਚੇ ਤੋਂ, ਜਦੋਂ ਫੈਡਰਲ ਸਟਰਕਚਰ ਦੀ ਗੱਲ ਸ਼ੁਰੂ ਹੋਈ, ਜਦੋਂ ਖੁਦ ਮੁਖਤਿਆਰੀ ਦੀ ਗੱਲ ਸ਼ੁਰੂ ਹੋਈ। ਪਰ ਤੁਸੀਂ ਉਦੋਂ ਤੱਕ ਸਟੇਟ ਇੰਨੀ ਪਾਵਰਫੁਲ ਹੋ ਚੁੱਕੀ ਸੀ ਵੀ ਜਦੋਂ ਤੁਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਹੋ, ਤੁਹਾਡੇ ਤੇ ਟੈਂਕ ਚੈੱਕ ਲੈ ਕੇ ਚੜ੍ਹ ਕੇ ਆ ਗਏ। ਤੁਹਾਡੇ ਤੇ ਉਹਨਾਂ ਨੇ 4 ਮੁਲਕਾਂ ਦੀ ਫੌਜ ਨੇ, 3 ਮੁਲਕਾਂ ਦੀ ਫੌਜ ਨੇ, ਜਿਹਦੇ 'ਚ ਰਸ਼ੀਆ, ਜਿਹਦੇ 'ਚ UK ਯੂਨਾਈਟਿਡ ਕਿੰਗਡਮ, ਤੇ ਜਿਹਦੇ 'ਚ ਹਿੰਦੁਸਤਾਨ ਦੀ ਫੌਜ ਨੇ ਆ ਕੇ ਤੁਹਾਡੇ ਤੇ ਹਮਲਾ ਕੀਤਾ। ਸੋ ਤੁਸੀਂ ਇਹ ਦੇਖੋ ਉਸ ਵੇਲੇ ਆਰਮੀ, 에ਅਰ ਫੋਰਸ, ਈਵਨ ਨੇਵਲ ਜਿਹੜੇ ਕਮਾਂਡੋਜ਼ ਸੀ ਉਹ ਭੇਜੇ ਗਏ ਇੱਥੇ। ਉਹ ਕਿਉਂ ਸਾਨੂੰ ਦਬਾਉਣ ਵਾਸਤੇ ਭੇਜੇ ਗਏ? ਕੋਈ ਦੇਸ਼ ਦੀ ਏਕਤਾ ਤੇ ਅਖੰਡਤਾ ਤੇ ਆ ਕੇ ਹਮਲਾ ਨਹੀਂ ਹੋਇਆ ਸੀ। ਗੱਲ ਕਿੱਥੋਂ ਸ਼ੁਰੂ ਹੋਈ ਸੀ? ਗੱਲ ਸ਼ੁਰੂ ਹੋਈ ਸੀ ਖੁਦ ਮੁਖਤਿਆਰੀ ਤੋਂ। ਬਣਾ ਕੀ ਦਿੱਤੀ ਗਈ? ਦੇਸ਼ ਦੀ ਏਕਤਾ ਤੇ ਅਖੰਡਤਾ। ਹੁਣ ਮਾਨਸਾ ਪੰਥ ਦੀ ਗੱਲ ਕਰਦੇ ਆ। ਪ੍ਰੋਬਲਮ ਹੀ ਇਹ ਆ ਵੀ ਸਾਡੇ ਕੋਲੇ ਇਹ ਚੀਜ਼ਾਂ ਹੈਂਡ ਇਨ ਹੈਂਡ ਚੱਲਣਗੀਆਂ। ਸਾਨੂੰ ਕੌਮ ਦੀ ਉਸਾਰੀ ਵੀ ਨਾਲ ਨਾਲ ਜਾਰੀ ਰੱਖਣੀ ਪਊਗੀ ਤੇ ਨਾਲ ਨਾਲ ਆਪਦੀ ਸੋਵਰੈਂਟੀ ਦੀ ਗੱਲ ਵੀ ਕਰਨੀ ਪਊਗੀ। ਤੁਸੀਂ ਕਹਿੰਦੇ ਹੋ ਵਿਕਾਸ ਦੀ ਗੱਲ ਨਹੀਂ ਕਰਦੇ। 70-75 ਸਾਲਾਂ 'ਚ ਵਿਕਾਸ ਹੋ ਗਿਆ? ਤੁਸੀਂ ਵੈਸਟ 'ਚ ਜਾ ਕੇ ਦੇਖ ਲਓ, ਉਹ ਅੱਜ ਤੱਕ ਗਲੀਆਂ ਨਾਲੀਆਂ ਤੇ ਜੂਝੀ ਜਾਂਦੇ ਆ, ਪਰ ਸਾਰਾ ਸਾਊਥ ਏਸ਼ੀਆ ਗਲੀਆਂ ਨਾਲੀਆਂ ਤੇ ਫਿਰਦਾ। ਜਦੋਂ ਇਹ ਡਿਵੈਲਪਮੈਂਟ ਹੋਈ, ਇਹ ਇਕੱਲੀ ਇਹ ਨਹੀਂ ਵੀ ਪੰਜਾਬ 'ਚ ਹੋ ਜੂਗੀ ਜਾਂ ਇੰਡੀਆ 'ਚ ਹੋ ਜੂਗੀ। ਜਿਵੇਂ ਸਾਊਥ ਏਸ਼ੀਆ 'ਚ ਡਿਵੈਲਪਮੈਂਟ ਹੋਊਗੀ, ਉਸੇ ਤਰ੍ਹਾਂ ਇੱਥੇ ਡਿਵੈਲਪਮੈਂਟ ਆਊਗੀ। ਸੋ ਤੁਸੀਂ ਪੂਰੇ ਇੱਕ ਜੀਓਪੋਲੀਟੀਕਲ ਜਿਹੜੇ ਰੀਜ਼ਨਸ ਆ ਉਹਨੂੰ ਆਪਾਂ ਸਮਝਦੇ ਨਹੀਂ ਆ। ਲੋਕਾਂ ਨੇ ਮਨਾਂ 'ਚ ਤਾਂ ਸਟਰਕਚਰ ਬਣਾਇਆ ਹੋਇਆ ਨਾ ਲੀਡਰਾਂ ਨੇ ਵੀ ਆਹ ਚੀਜ਼ਾਂ ਕਹਿ ਕੇ ਹੀ ਲੋਕਾਂ ਦੀਆਂ ਵੋਟਾਂ ਲਈਆਂ ਜਾ ਸਕਦੀਆਂ। ਹਾਂਜੀ ਦੇਖੋ, ਗੱਲ ਉਹ ਆ ਨਾ ਵੀ ਸਾਨੂੰ ਗਲੀਆਂ ਨਾਲੀਆਂ ਦੀ ਪੋਲਿਟਿਕਸ ਤੇ ਲੈ ਆਉਂਦੇ ਆ। ਸਾਡੇ ਮਸਲੇ ਪਛਾਣਦੇ ਆ, ਸਾਡੇ ਮਸਲੇ ਸਾਡੀ ਹੋਂਦ ਦੇ ਆ, ਸਾਡੇ ਮਸਲੇ ਸਾਡੇ ਨਿਆਂ ਦੇ ਆ। ਸਾਡੇ ਤੇ ਨਿਆਂ ਹੁੰਦਾ। ਮੈਂ ਇੱਕ ਸਵਾਲ ਲੋਕਾਂ ਤੋਂ ਇਹ ਲੋਕ ਇਹ ਗੱਲਾਂ ਕਿਹੜੇ ਲੋਕਾਂ ਨੂੰ ਤੁਸੀਂ ਸਮਝਾ ਰਹੇ ਹੋ ਜਿਹੜੇ ਅੱਜ 1984 ਦੀ ਗੱਲ ਕਰਦੇ ਨੇ ਵੀ ਦਰਬਾਰ ਸਾਹਿਬ ਨੂੰ ਜੀ ਢਾਤਾ, ਤੇ ਜਦੋਂ ਪਹਿਲੀ ਵਾਰ ਸਰਕਾਰ 84 ਦੇ ਹਮਲੇ ਤੋਂ ਬਾਅਦ ਬਣਦੀ ਹੈ ਫਿਰ ਕਾਂਗਰਸ ਦੀ ਬਣਦੀ ਹੈ ਜੀ, ਉਹਨਾਂ ਲੋਕਾਂ ਨੂੰ ਸਮਝਾਉਂਦੇ ਹੋ? ਦੇਖੋ ਉਹ ਇਸ ਕਰਕੇ ਕਿਉਂਕਿ ਜਿਹੜੇ ਸਿਸਟਮ 'ਚ ਆਪਾਂ ਜਿਉਂ ਰਹੇ ਹਾਂ ਨਾ ਬਾਈ, ਉਹ ਮੈਜੋਰਿਟੇਰੀਅਨ ਸਿਸਟਮ ਆ। ਇੱਥੇ ਮੈਜੋਰਿਟੀ ਹੀ ਡਿਸਾਈਡ ਕਰਦੀ ਆ ਕਿਹਦੀ ਹਕੂਮਤ ਆਉਣੀ ਆ, ਤੇ ਸਾਡੇ ਕੋਲੇ ਤਾਂ 2% ਤੋਂ ਵੀ ਘੱਟ ਗਿਣਤੀ ਆ ਆਪਦੀ। ਸੋ ਇਹ ਸਾਡੀ ਗਲਤੀ ਨਹੀਂ ਆ। ਜਦੋਂ ਮੈਜੋਰਿਟੀ ਸਾਡੇ ਤੇ ਜੈਨੋਸਾਈਡ ਕਰਦੀ ਆ, ਸਾਡਾ ਕਤਲੇਆਮ ਕਰਦੀ ਆ, ਇਹ ਜਾਣ ਕੇ ਕਹਿ ਕੇ ਵੀ ਪੰਜਾਬ 'ਚ ਲਾਅ ਐਂਡ ਆਰਡਰ ਖਰਾਬ ਆ, ਹਾਲਾਂਕਿ ਲਾਅ ਐਂਡ ਆਰਡਰ ਸਾਰੇ ਦੇਸ਼ ਤੋਂ ਚੰਗਾ। ਤੇ ਆ ਜਿਹੜੇ ਕਾਮਰੇਡ ਆ ਇਹ ਮਾਊਥਪੀਸ ਬਣਦੇ ਆ ਸਰਕਾਰ ਦੇ, ਜਾਣ ਕੇ ਸਾਨੂੰ ਬਦਨਾਮ ਕਰਨ ਵਾਸਤੇ। ਕਿਉਂਕਿ ਜਦੋਂ ਵਾਇਲੈਂਸ ਸਾਡੇ ਤੇ ਹੋਊਗੀ, ਉਸ ਵਾਇਲੈਂਸ ਨੂੰ ਜਸਟੀਫਾਈ ਕੀਤਾ ਜਾਊਗਾ ਫਿਰ। ਸੋ ਮੈਜੋਰਿਟੀ ਜਿਹੜੀ ਵੀ ਸਰਕਾਰ ਸਾਡੇ ਤੇ ਜ਼ੁਲਮ ਕਰਦੀ ਆ ਉਹਨੂੰ ਫਿਰ ਰਿਵਾਰਡ ਦਿੰਦੀ ਆ। ਉਹਨਾਂ ਦੀ ਥੰਪਿੰਗ ਮੈਜੋਰਿਟੀ ਨਾਲ ਜਿਹੜੀ ਗਵਰਨਮੈਂਟ ਵਾਪਸ ਆਉਂਦੀ ਆ, ਜਿਵੇਂ ਕਾਂਗਰਸ ਦੀ ਆਈ ਸੀ ਨਵੰਬਰ 84 ਜੈਨੋਸਾਈਡ ਤੋਂ ਬਾਅਦ, ਸਿੱਖਾਂ ਦੀ ਜੋ ਜੈਨੋਸਾਈਡ ਹੋਈ ਸੀ। ਸੋ ਇਸੇ ਤਰ੍ਹਾਂ ਮੈਜੋਰਿਟੇਰੀਅਨ ਸਿਸਟਮ 'ਚ ਰਹਿ ਰਹੇ ਆ ਆਪਾਂ। ਸੈਂਟਰਲਾਈਜੇਸ਼ਨ ਆਫ ਪਾਵਰ ਆ, ਪਾਵਰ ਇੰਨੀ ਕੁ ਸੈਂਟਰਲਾਈਜ਼ਡ ਆ ਵੀ ਜਿਹੜੀ ਆ ਫੌਜਦਾਰੀ ਲਈ ਲੜੀ ਜਾਂਦੇ ਆ, ਪੰਜਾਬ ਦੀ ਫੌਜਦਾਰੀ ਲਈ, ਉਹ ਲੰਗੜੀ ਫੌਜਦਾਰੀ ਆ। ਉਸ ਫੌਜਦਾਰੀ ਕੋਲੇ ਤਾਂ ਕੋਈ ਪਾਵਰ ਹੀ ਨਹੀਂ। ਕਿਸਾਨੀ ਸੰਘਰਸ਼ 'ਚ ਨਹੀਂ ਆਪਾਂ ਦੇਖਿਆ, ਮਤਾ ਪਾਤਾ ਉਹਨਾਂ ਨੇ ਕਾਨੂੰਨਾਂ ਦੇ ਹੱਕ 'ਚ, ਪਰ ਉਹ ਮਤਾ ਇੱਕ ਕਾਗਜ਼ ਦਾ ਟੁਕੜਾ ਬਣ ਕੇ ਰਹਿ ਗਿਆ ਕਿਉਂਕਿ ਸਾਰੀ ਪਾਵਰ ਤਾਂ ਸੈਂਟਰ ਲਈ ਬੈਠਾ। ਸੋ ਇਸ ਕਰਕੇ ਤੁਸੀਂ ਇਹ ਗੱਲ ਸਮਝੋ ਵੀ ਸਾਡੇ ਕੋਲੇ ਲਿਮਿਟੇਸ਼ਨ ਕੀ ਆ। ਸਾਡੇ ਕੋਲੇ ਲਿਮਿਟੇਸ਼ਨ ਇਹ ਆ ਵੀ ਸਾਡੇ ਕੋਲੇ ਆਪਦਾ ਕੋਈ ਸਟਰਕਚਰ ਨਹੀਂ ਆ। ਸਾਡੀ ਪੋਲਿਟਿਕਸ 'ਚ ਕੋਈ ਜਿਹੜੀ ਪ੍ਰੈਜ਼ੈਂਸ ਆ ਉਹ ਰੈਲੇਵੈਂਟ ਨਹੀਂ ਆ, ਕਿਉਂਕਿ ਅਸੀਂ ਮਾਈਨੋਰਿਟੀ ਲੈਵਲ ਤੇ ਐਗਜ਼ਿਸਟ ਕਰਦੇ ਆ। ਮੈਜੋਰਿਟੀ ਲੈਵਲ ਤੇ ਜਿਹੜੀ ਕੌਮ ਐਗਜ਼ਿਸਟ ਕਰਦੀ ਹੈ, ਰੈਲੇਵੈਂਸੀ ਉਹਨਾਂ ਦੀ ਹੈ ਇਸ ਸਿਸਟਮ 'ਚ। ਸੋ ਇਸੇ ਕਰਕੇ ਆਪਾਂ ਖੁਦ ਮੁਖਤਿਆਰੀ ਮੰਗੀ। ਜਦੋਂ ਖੁਦ ਮੁਖਤਿਆਰੀ ਨਹੀਂ ਦਿੱਤੀ, ਕਿਉਂ ਨਹੀਂ ਦਿੱਤੀ? ਕਿਉਂਕਿ ਉਹਨਾਂ ਨੂੰ ਪਤਾ ਜੇ ਇਹਨਾਂ ਨੂੰ ਖੁਦ ਮੁਖਤਿਆਰੀ ਦੇਤੀ ਤੇ ਫਿਰ ਇਹਨਾਂ ਨੇ ਜੋ ਆਹ ਸਾਰਾ ਮਾਹੌਲ ਸਿਰਜਤਾ ਇੱਥੇ, ਜਿਵੇਂ ਸਾਨੂੰ ਗੁਲਾਮ ਬਣਾਈ ਜਾਂਦੇ ਆ, ਜਿਵੇਂ ਸਾਡੇ ਪਾਣੀ ਲੁੱਟੀ ਜਾਂਦੇ ਆ, ਸਾਡੇ ਹਿਊਮਨ ਰਿਸੋਰਸਿਸ ਨੂੰ ਲੁੱਟੀ ਜਾਂਦੇ ਆ, ਸਾਡੇ ਐਸੈਟਸ ਨੂੰ ਲੁੱਟੀ ਜਾਂਦੇ ਆ, ਇਹ ਸਭ ਕੁਝ ਬੰਦ ਹੋ ਜੂ। ਪੰਜਾਬ ਤਾਂ ਕਿਸੇ ਹੋਰ ਲੈਵਲ ਤੇ ਤਰੱਕੀ ਕਰ ਜੂਗਾ। ਆਮ ਆਦਮੀ ਪਾਰਟੀ ਤਾਂ ਦਾਅਵਾ ਕਰ ਰਹੀ ਹੈ ਵੀ ਪੰਜਾਬ ਨੂੰ ਪੰਜਾਬ ਬਣਾ ਕੇ ਦਿਖਾਵਾਂਗੇ, ਜਿਹੜਾ ਕਰਜ਼ੇ ਵੀ ਉਤਾਰਾਂਗੇ, ਐਜੂਕੇਸ਼ਨ ਦੀ ਵੀ ਗੱਲ ਕਰਦੇ ਆ, ਖੁਦ ਮੁਖਤਿਆਰੀ ਵਗੈਰਾ ਸਾਰੀ ਗੱਲ ਕਰਦੇ ਆ ਜੀ। ਉਹ ਤਾਂ ਅੱਜ ਤੱਕ ਉਹਨਾਂ ਨੇ ਕਦੇ ਖੁਦ ਮੁਖਤਿਆਰੀ ਦੀ ਗੱਲ ਨਹੀਂ ਕੀਤੀ। ਜਦੋਂ ਉਹ ਕਹਿੰਦੇ ਆ ਐਜੂਕੇਸ਼ਨ ਦੇਵਾਂਗੇ, ਐਜੂਕੇਸ਼ਨ ਦੇਣੀ ਲਾਜ਼ਮੀ ਨਹੀਂ ਆ। ਉਹਦੇ 'ਚ ਤੁਸੀਂ ਕੰਟੈਂਟ ਕੀ ਆ, ਪੜ੍ਹਾਇਆ ਕੀ ਜਾ ਰਿਹਾ ਉਹ ਲਾਜ਼ਮ ਆ। ਪਰ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਕਹਿੰਦੇ ਵੀ ਦਿੱਲੀ ਤੋਂ ਨਹੀਂ ਕੋਈ ਆਰਡਰ ਚੱਲੂਗਾ, ਭਗਵੰਤ ਮਾਨ ਹੀ ਚਲਾਊਗਾ ਸਰਕਾਰ। ਭਾਈ ਜੀ ਮੈਨੂੰ ਇੱਕ ਗੱਲ ਦੱਸੋ, ਦਿੱਲੀ ਤੋਂ ਆਰਡਰ ਨਹੀਂ ਚੱਲੂਗਾ, ਭਗਵੰਤ ਮਾਨ ਸਰਕਾਰ ਚਲਾਊਗਾ। ਭਗਵੰਤ ਮਾਨ ਕੋਲੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ, ਕਾਨੂੰਨ ਦੇ ਹਿਸਾਬ ਨਾਲ ਪਾਵਰ ਤਾਂ ਹੋਵੇ। ਜੇ ਤੁਸੀਂ ਖੇਤੀ ਕਾਨੂੰਨ, ਖੇਤੀ ਸੀ ਜਿਹੜਾ ਐਗਰੀਕਲਚਰ ਸਟੇਟ ਸਬਜੈਕਟ ਸੀ, ਉਹਨੂੰ ਵੀ ਸੈਂਟਰ
ਆਪ ਉਹ ਅਧਿਕਾਰ ਨੂੰ ਲੁੱਟ ਕੇ ਲੈ ਗਿਆ ਤੇ ਖੇਤੀ ਤੇ ਕਾਨੂੰਨ ਸੈਂਟਰ ਬਣਾ ਰਿਹਾ, ਫਿਰ ਭਗਵੰਤ ਮਾਨ ਕੀ ਕਰ ਲੂਗਾ? ਇਹਦਾ ਮਤਲਬ ਭਗਵੰਤ ਮਾਨ ਤਾਂ ਇੱਕ ਮੋਹਰਾ ਹੋਊਗਾ। ਇਹ ਜਿਹੜਾ ਸਾਨੂੰ ਛਲਾਵਾ ਦਿੱਤਾ ਜਾ ਰਿਹਾ, ਆਰਡਰ ਦਿੱਲੀ ਤੋਂ ਹੀ ਚੱਲਣਗੇ, ਕਿਉਂਕਿ ਪਾਵਰ ਸਾਰੀ ਇੰਡੀਅਨ ਕਨਸਟੀਟਿਊਸ਼ਨ ਇਹ ਕਹਿੰਦੀ ਆ ਵੀ ਸਾਰੀ ਪਾਵਰ ਆ ਜਿਹੜੀ ਉਹ 73 ਵਾਰ ਉਹਦੇ 'ਚ ਸੋਧਾਂ ਕਰਕੇ ਕਨਸਟੀਟਿਊਸ਼ਨ 'ਚ ਪਾਵਰ ਨੂੰ ਸੈਂਟਰਲਾਈਜ਼ ਕਰ ਲਿਆ। ਸਟੇਟ ਕੋਲੇ ਕੋਈ ਪਾਵਰ ਹੀ ਨਹੀਂ ਰਹਿਣ ਦਿੱਤੀ। ਸੋ ਜਦੋਂ ਆਪਾਂ ਖੁਦ ਮੁਖਤਿਆਰੀ ਮੰਗਦੇ ਹਾਂ, ਆਪਾਂ ਇਹ ਨਹੀਂ ਕਹਿੰਦੇ ਵੀ ਕੱਲੀ ਖੁਦ ਮੁਖਤਿਆਰੀ ਸਾਨੂੰ ਹੀ ਦਿਓ, ਖੁਦ ਮੁਖਤਿਆਰੀ ਸਾਰੇ ਸਟੇਟਾਂ ਨੂੰ ਦਿਓ। ਸਾਰੇ ਸਟੇਟਾਂ ਕੋਲੇ ਹੱਕ ਆ ਨਾ ਆਪਦੇ ਹਿਸਾਬ ਨਾਲ ਆਪਦੀ ਹੋਣੀ ਘੜਨ ਦਾ ਅਧਿਕਾਰ ਆ। ਸਾਡੇ ਕੋਲੇ ਆਪਦਾ ਖੇਤੀਬਾੜੀ ਮਾਡਲ ਹੀ ਨਹੀਂ ਆ। ਅਸੀਂ ਪਿਛਲੇ 1966 ਤੋਂ ਅਸੀਂ ਬਗਾਨੇ ਖੇਤੀਬਾੜੀ ਮਾਡਲ ਤੇ ਖੇਤੀ ਕਰ ਰਹੇ ਹਾਂ ਤੇ ਸਾਨੂੰ ਦਿੱਤਾ ਕੀ ਆ ਉਸ ਖੇਤੀਬਾੜੀ ਮਾਡਲ ਨੇ? ਸਾਨੂੰ ਕਰਜ਼ੇ ਤੇ ਖੁਦਕੁਸ਼ੀਆਂ। ਕਿਸਾਨੀ ਸੰਘਰਸ਼ ਤੋਂ ਬਾਅਦ ਵੀ ਸਾਡੇ ਕੋਲੇ ਆਪਦਾ ਖੇਤੀਬਾੜੀ ਮਾਡਲ ਨਹੀਂ। ਇਹ ਅਸਲ ਮੁੱਦੇ ਆ ਬਾਈ। ਪਰ ਅੱਜ ਗੱਲ ਹੁੰਦੀ ਹੈ ਆਟਾ ਇੰਨੇ ਕਿਲੋ ਲੈ ਲਿਓ, 1000 ਰੁਪਏ ਦੇ ਦਾਂਗੇ, 2000। ਲੋਕਾਂ ਨੂੰ ਤਾਂ ਮੈਂ ਕਹਿੰਦਾ ਵੈਸੇ ਹੀ ਨਹੀਂ ਪਤਾ ਹੋਣਾ ਵੀ ਸਾਡੇ ਮੁੱਦੇ ਅਸਲ ਦੇ ਵਿੱਚ ਜੇ 18 ਮਤੇ ਪੜ੍ਹ ਲਏ ਜਾਣ ਤਾਂ ਉਹ ਵੀ ਅਸਲ ਮੁੱਦੇ ਹੀ ਆਪਾਂ ਦੇਖੀ ਤਾਂ ਹੋਣ ਦੀ ਗੱਲ ਹੈ ਜੀ। ਬਿਲਕੁਲ ਭਾਈ, ਗੱਲ ਆਏ ਆ ਨਾ ਜੀ, ਜਿਵੇਂ ਹੁਣ ਤੁਸੀਂ ਕੇਜਰੀਵਾਲ ਸਾਹਿਬ ਦੀ ਗੱਲ ਕੀਤੀ ਆ। ਕੇਜਰੀਵਾਲ ਪੰਜਾਬ 'ਚ ਕੁਝ ਹੋਰ ਵਾਅਦੇ ਕਰਕੇ ਜਾਂਦਾ, ਇੱਥੇ ਉਹਦੇ ਇੰਟਰਸਟ ਕੁਝ ਹੋਰ ਆ। ਇੱਥੋਂ 200-300 ਕਿਲੋਮੀਟਰ ਦਿੱਲੀ ਜਾਊਗਾ, ਉਹਦੇ ਇੰਟਰਸਟ ਬਦਲ ਜਾਂਦੇ ਆ। ਇੱਕ ਸਵਾਲ ਕੇਜਰੀਵਾਲ ਨੂੰ ਆਪਾਂ ਪੁੱਛਦੇ ਆ, ਤੁਸੀਂ ਕਹਿੰਦੇ ਹੋ ਪੰਜਾਬ ਨੂੰ ਪੰਜਾਬ ਬਣਾਵਾਂਗੇ, ਪੰਜਾਬ ਦੇ ਹੱਕ ਦੇਵਾਂਗੇ, ਫਿਰ ਜਿਹੜਾ ਅਸੀਂ ਦਿੱਲੀ ਨੂੰ ਪਾਣੀ ਦਿੰਨੇ ਆ ਉਹਦਾ ਮੁੱਲ ਦੇ ਦਿਓ। ਸਾਨੂੰ 1000 ਰੁਪਈਆ ਨਾ ਦਿਓ, ਤੁਸੀਂ ਪੰਜਾਬ ਨੂੰ ਪੰਜਾਬ ਦੇ ਪਾਣੀਆਂ ਦਾ ਮੁੱਲ ਦੇ ਦਿਓ। ਅਸੀਂ ਕਹਾਂਗੇ ਤੁਸੀਂ ਹੱਕ ਦੇ ਰਹੇ ਹੋ। ਪਰ ਇਹ ਵਾਅਦਾ ਕਦੇ ਨਹੀਂ ਕਰਨਗੇ। ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਵਾਲੇ ਆਪਾਂ ਗੱਲ ਕੀਤੀ, ਉਹਦੇ ਕਿਵੇਂ ਉਹਨਾਂ ਨੇ ਗੋਲਮੋਲ ਕਰਤੀ, ਕਿਵੇਂ ਟਾਲ ਮਟੋਲ ਕੀਤੀ, ਇਹ ਵਾਅਦਾ ਕਦੇ ਨਹੀਂ ਕਰਨਗੇ। ਇਹ ਕਹਿਣਗੇ ਵੀ ਇੰਪਲੋਇਮੈਂਟ ਦੇਵਾਂਗੇ। ਇੰਪਲੋਇਮੈਂਟ ਕਿਵੇਂ ਦੇਵਾਂਗੇ? ਕੋਈ ਬਲੂਪ੍ਰਿੰਟ ਹੈਗਾ? ਕੋਈ ਬਲੂਪ੍ਰਿੰਟ ਨਹੀਂ ਆ। ਫਿਰ ਵੱਡੇ ਵੱਡੇ ਆਰਟੀਕਲ ਕਾਮਰੇਡ ਲਿਖਣਗੇ ਅਖਬਾਰਾਂ 'ਚ ਵੀ ਪੰਜਾਬ 'ਚ ਮੈਕਸਿਮਮ ਗਨ ਪੋਜੈਸ਼ਨ ਆ। ਮੈਕਸਿਮਮ ਗਨ ਪੋਜੈਸ਼ਨ ਤਾਂ ਹੋ ਸਕਦਾ, ਪਰ ਮਿਨੀਮਮ ਗਨ ਕ੍ਰਾਈਮ ਆ ਪੰਜਾਬ 'ਚ। ਨੈਸ਼ਨਲ ਕ੍ਰਾਈਮ ਬਿਊਰੋ ਦਾ ਜਿਹੜਾ ਸਾਰਾ ਉਹਨਾਂ ਦਾ ਸਰਵੇ ਆ ਉਹ ਇਹ ਕਹਿੰਦਾ। ਹੁਣ ਤੁਸੀਂ ਇਹ ਦੱਸੋ, ਕੇਜਰੀਵਾਲ ਸ਼ਾਂਤੀ ਮਾਰਚ ਪੰਜਾਬ 'ਚ ਆ ਕੇ ਕਰਦਾ ਤੇ ਸਾਡੀਆਂ ਧੀਆਂ ਭੈਣਾਂ ਦੀ ਬੇਪੱਤੀ ਦਿੱਲੀ 'ਚ ਹੋ ਰਹੀ ਆ। ਦਿੱਲੀ 'ਚ ਕਿਉਂ ਨਹੀਂ ਸ਼ਾਂਤੀ ਮਾਰਚ ਕੱਢਦੇ? ਸਾਨੂੰ ਕੀ ਸ਼ਾਂਤੀ ਮਾਰਚ ਦੀ ਲੋੜ ਪਈ ਆ? ਸਾਡੇ ਕੋਲੇ ਤਾਂ ਨੈਸ਼ਨਲ ਕ੍ਰਾਈਮ ਬਿਊਰੋ ਦਾ ਡਾਟਾ ਇਹ ਕਹਿੰਦਾ ਦੈਟ ਮਿਨੀਮਮ ਕ੍ਰਾਈਮ ਪੰਜਾਬ 'ਚ ਐਗਜ਼ਿਸਟ ਕਰਦਾ। ਫਿਰ ਸਾਨੂੰ ਸ਼ਾਂਤੀ ਮਾਰਚ ਦੀ ਕੀ ਜ਼ਰੂਰਤ ਆ? 8-10 ਸਾਲਾਂ ਦੇ ਵਿੱਚ ਕੇਜਰੀਵਾਲ ਲੋਕਾਂ ਦਾ ਵਿਸ਼ਵਾਸ ਜਿੱਤ ਰਿਹਾ। ਅੱਜ ਲੋਕ ਹਰ ਕਹਿ ਰਹੇ ਆ ਵੀ ਝਾੜੂ ਨੂੰ ਵੋਟ ਪਾਵਾਂਗੇ, ਬਦਲਾਅ ਕਰਾਂਗੇ, ਤੇ ਫਿਰ 40 ਸਾਲਾਂ ਵਾਲੇ ਬਜ਼ੁਰਗ ਸਾਹਿਬ ਕਿਉਂ ਨਹੀਂ ਕਰ ਸਕੇ? ਮਾਨ ਸਾਹਿਬ ਅਜਿਹਾ ਕੀ ਹੋਇਆ ਵੀ ਸਾਡੀ ਕੌਮ ਨੂੰ ਹੀ ਕਲਾਵੇ 'ਚ ਜਾਂ ਉਹਨਾਂ ਨੂੰ ਵਿਸ਼ਵਾਸ ਨਹੀਂ ਜਿੱਤ ਸਕੇ? ਅੱਜ ਜਥੇਬੰਦੀਆਂ ਵੀ ਕਹਿ ਰਹੀਆਂ ਜੀ, ਅੱਜ ਸੰਤ ਸਮਾਜ ਕਹਿ ਰਿਹਾ ਵੀ ਅੱਜ ਅਸੀਂ ਅਕਾਲੀ ਬਸਪਾ ਨੂੰ ਜਿਹੜੇ ਹੈਗੇ ਆ ਸਪੋਰਟ ਕਰਾਂਗੇ, ਤੇ ਮਾਨ ਸਾਹਿਬ ਨੂੰ ਕਿਉਂ ਨਹੀਂ? ਬਾਈ ਇਹ ਜਿਹੜਾ ਸਿਸਟਮ ਆ ਨਾ, ਇਹ ਵੋਟ ਪੋਲਿਟਿਕਸ ਦਾ, ਇਹਨੂੰ ਸਮਝੋ। ਜਿਹੜਾ ਇਹ ਸਿਸਟਮ ਆ ਇਹ ਮੈਜੋਰਿਟੇਰੀਅਨ ਸਿਸਟਮ ਆ ਤੇ ਇਹ ਸਟੇਟ ਦਾ ਸਿਸਟਮ ਆ। ਸਟੇਟ ਰਨ ਕਰਦਾ ਇਹ। ਜਦੋਂ ਮੈਜੋਰਿਟੇਰੀਅਨ ਸਿਸਟਮ ਹੋਇਆ ਤਾਂ ਉਹਨੂੰ ਕੌਣ ਰਨ ਕਰੂਗਾ? ਮੈਜੋਰਿਟੀ। ਮਾਨ ਸਾਹਿਬ ਕਿਹਨੂੰ ਰਿਪਰੈਜ਼ੈਂਟ ਕਰ ਰਹੇ ਹੈ? ਮਾਈਨੋਰਿਟੀ ਨੂੰ। ਤੇ ਮਾਈਨੋਰਿਟੀ ਦੀ ਕੌਮੀਅਤ ਨੂੰ ਇਹੋ ਜਿਹੇ ਲੀਡਰ ਨੂੰ ਕਦੇ ਨਹੀਂ ਚਮਕਾਉਣਗੇ। ਪਰ ਮਾਨ ਸਾਹਿਬ ਨੂੰ ਇਹ ਵੀ ਵਿਸ਼ਵਾਸ ਦਿਵਾਉਣਾ ਚਾਹੀਦਾ ਵੀ ਜਿਹੜੀ ਮੈਜੋਰਿਟੀ ਹੈ ਜਾਂ ਕੁਝ ਹੋਰ ਧਰਮ ਦੇ ਲੋਕ ਨੇ ਮੈਜੋਰਿਟੀ ਦੇ ਵਿੱਚ, ਵੀ ਉਹਨਾਂ ਨੂੰ ਵੀ ਅਸੀਂ ਕਿਹੜਾ ਕੋਈ ਨੁਕਸਾਨ ਪਹੁੰਚਾਉਣਾ। ਇਹ ਵੀ ਫਿਰ ਵਿਸ਼ਵਾਸ ਪਏ ਉਹ ਵੀ ਨਾਲ ਆਉਣਗੇ। ਮਾਨ ਸਾਹਿਬ ਅੱਜ ਕਹਿ ਕੇ ਭਾਈ, ਪਰ ਉਹ ਵੀ ਤਾਂ ਮਾਈਨੋਰਿਟੀ ਦੇ ਲੈਵਲ ਤੇ ਹੀ ਐਗਜ਼ਿਸਟ ਕਰਦੇ ਆ ਨਾ ਪੰਜਾਬ 'ਚ। ਪੰਜਾਬ 'ਚ ਤੁਸੀਂ ਇਹ ਦੇਖੋ ਵੀ ਜਿਹੜੇ ਇੱਥੇ ਸਿੱਖਾਂ ਦੀ ਗਿਣਤੀ ਆ ਉਹ ਹੈਗੀ ਆ 50 ਦੇ ਆਸ-ਪਾਸ %। 35-40% ਸਾਡੇ ਹਿੰਦੂਆਂ ਦੀ ਗਿਣਤੀ ਆ ਤੇ ਸਿੱਖਾਂ 'ਚ ਆਪਸ 'ਚ ਵੀ ਬਹੁਤ ਵੰਡੀਆਂ ਗਾ, ਹੈ ਨਾ। ਬਾਕੀ ਕੁਛ ਜੈਨੀ ਆ, ਕੁਛ ਸਾਡੇ ਈਸਾਈ ਭਾਈਚਾਰੇ ਦੇ ਲੋਕ ਆ, ਮੁਸਲਿਮ ਭਾਈਚਾਰੇ ਦੇ ਲੋਕ ਆ। ਸੋ ਜਿਹੜੀ ਇੱਕ ਮਾਈਨੋਰਿਟੀ ਐਗਜ਼ਿਸਟੈਂਸ ਆ ਉਹ ਬਹੁਤ ਥੋੜ੍ਹੀ ਆ ਤੇ ਉਹਨਾਂ ਦੀ ਆਪਦੀ ਇੱਕ ਲੀਡਰਸ਼ਿਪ ਆ। ਫਿਰ ਸੋ ਮਿਨੋਰਿਟੀ ਦੀ ਗੱਲ ਕਰਦੇ ਮਾਨ ਸਾਹਿਬ। ਪਰ ਬਾਈ ਇੱਕ ਸਵਾਲ ਲੋਕ ਕਰ ਰਹੇ ਨੇ, ਉਹ ਕਹਿੰਦੇ ਸੁਖਪਾਲ ਖਹਿਰਾ ਜਦੋਂ ਯੁਆਪਾ ਲੱਗਿਆ, ਸੁਖਪਾਲ ਖਹਿਰਾ ਤਾਂ ਦਿਸੇ ਪਰ ਮਾਨ ਸਾਹਿਬ ਦੀ ਸਾਨੂੰ ਕੋਈ ਵੀਡੀਓ ਨਹੀਂ ਦਿਸੀਆਂ ਵੀ ਹਾਂਜੀ ਵੀ ਮੇਜਰ ਤੌਰ ਤੇ ਇਹਨਾਂ ਨੇ ਕਿਹਾ ਹੋਵੇ ਜਾਂ ਦਬਕਾਇਆ ਹੋਵੇ ਪ੍ਰਸ਼ਾਸਨ ਨੂੰ ਵੀ ਇਹ ਕੰਮ ਨਹੀਂ ਕਰਨਾ ਨੌਜਵਾਨਾਂ ਤੇ ਗਰੀਬਾਂ ਦੇ। ਮੈਂ ਉਹੀ ਕਹਿਣਾ, ਤੁਹਾਡਾ ਜਰਨੈਲ ਕੰਮ ਕਰਦਾ ਰਿਹਾ ਤੇ ਤੁਹਾਨੂੰ ਪਤਾ ਨਹੀਂ ਲੱਗਣ ਦਿੱਤਾ। ਪ੍ਰੋਬਲਮ ਹੀ ਇਹ ਆ। ਜਿਵੇਂ ਮੈਂ ਕਿਹਾ ਨਾ, ਅੱਜ ਦੇਖ ਲਓ, ਅੱਜ ਜਿੱਥੇ ਆਪ ਦੀ ਕੋਈ ਰੈਲੀ ਹੁੰਦੀ ਆ ਸਾਰਾ ਮੀਡੀਆ ਪਹੁੰਚ ਜਾਂਦਾ, ਜਿੱਥੇ ਕਾਂਗਰਸ ਦੀ ਰੈਲੀ ਹੁੰਦੀ ਆ ਸਾਰਾ ਮੀਡੀਆ ਪਹੁੰਚ ਜਾਂਦਾ, ਜਿੱਥੇ ਕੋਈ ਈਵਨ ਬੀਜੇਪੀ ਵਾਲਿਆਂ ਦੀ ਰੈਲੀ ਹੁੰਦੀ ਉਹ ਸਾਰਾ ਮੀਡੀਆ ਉੱਥੇ ਕਿਵੇਂ ਖਬਰਾਂ ਨੂੰ ਉਛਾਲ ਕੇ ਦਿਖਾਇਆ ਜਾਂਦਾ। ਕੱਲ੍ਹ ਹੀ ਮੈਂ ਇੱਕ ਸਟੇਜ ਤੋਂ ਲੈਟਰ ਪੜ੍ਹ ਰਿਹਾ ਸੀ, ਅੰਬਾਲੇ 'ਚ ਕਸ਼ਮੀਰੀ ਸਟੂਡੈਂਟਸ 'ਤੇ ਜ਼ੁਲਮ ਹੋਇਆ। ਇੱਕ ਮੌਬ ਨੇ ਉਹਨਾਂ 'ਤੇ ਜਾ ਕੇ ਹਮਲਾ ਕੀਤਾ। ਮਾਨ ਸਾਹਿਬ ਨੇ ਚਿੱਠੀ ਲਿਖੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ, ਮਾਨ ਸਾਹਿਬ ਨੇ ਚਿੱਠੀ ਲਿਖੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ, ਸਾਰੇ ਜਿਹੜੇ ਆਰਮੀ ਦੇ ਜਨਰਲਸ ਨੂੰ,
ਵੀ ਇਹ ਸਿਵਲ ਅਲਰਟ ਅਨਾਉਂਸ ਕਰੋ ਤੁਸੀਂ। ਇੱਥੇ ਘੱਟ ਗਿਣਤੀਆਂ ਨਾਲ ਕੋਈ ਧੱਕਾ ਨਹੀਂ ਹੋ ਸਕਦਾ। ਜਦੋਂ ਜਦੋਂ ਕੇਸ ਪਏ, ਮਾਨ ਸਾਹਿਬ ਉਹਨਾਂ ਕੇਸਾਂ ਦੇ ਰੋਸ ਵਜੋਂ ਸਰਕਾਰ ਦੇ ਨਾਲ ਭਿੜੇ ਕਦੇ ਦਿਖਾਇਆ ਗਿਆ? ਅੱਗੇ ਹੀ ਨਹੀਂ ਲੈ ਕੇ ਆਉਣਗੇ। ਜਦੋਂ ਮਾਨ ਸਾਹਿਬ ਸਾਰੇ ਐਮਬੈਸੀਜ਼ 'ਚ ਜਾ ਕੇ ਉਹਨਾਂ ਦੇ ਐਮਬੈਸਡਰਸ ਦੇ ਨਾਲ ਬਹਿ ਕੇ ਇਹ ਕਹਿੰਦੇ ਆ ਵੀ ਸਾਡੀ ਕੌਮ ਇੱਕ ਅੱਡ ਕੌਮ ਆ, ਸਾਡੀ ਕੌਮ ਤੇ ਹੋਂਦ ਦਾ ਸਵਾਲ ਆਇਆ ਖੜਾ, ਸਾਡੇ ਤੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਆ, ਕਦੇ ਨਹੀਂ ਦੱਸਣਗੇ। ਮਾਨ ਸਾਹਿਬ ਜਿਹੜੀ ਸਪੀਚ ਦਿੱਤੀ ਆ ਜਾ ਕੇ ਪਾਰਲੀਮੈਂਟ 'ਚ ਪਈ ਆ, ਤੁਸੀਂ ਉਹ ਸਪੀਚ ਪਾਰਲੀਮੈਂਟ 'ਚ ਦਿੱਤੀ, YouTube ਤੇ ਪਈ ਆ, ਉਹ ਸਪੀਚ ਸੁਣ ਕੇ ਦੇਖਿਓ, ਤੁਸੀਂ ਸਰਚ ਕਰ ਲਿਓ। ਜੋ ਕੌਮ ਦੇ ਜਜ਼ਬਾਤਾਂ ਦੀ ਤਰਜਮਾਨੀ ਕੀਤੀ, ਜੋ ਲਫ਼ਜ਼ ਵਰਤੇ, ਅੱਜ ਤੱਕ ਕਿਸੇ ਆਗੂ ਨੇ ਨਹੀਂ ਵਰਤੇ। ਫਿਰ ਵੀ ਮਾਨ ਸਾਹਿਬ ਨੂੰ ਬਦਨਾਮ ਕਿਵੇਂ ਕਰਨਗੇ ਵੀ ਇਹਨੇ MP ਬਣ ਕੇ ਕੀ ਕਰ ਲਿਆ? ਪਰ ਬਾਈ ਹੁਣ ਤੱਕ ਸਪੀਚਾਂ ਦੇਣ ਵਾਲਿਆਂ ਨੇ ਹੀ ਲੁੱਟਿਆ ਨਾ ਸਾਨੂੰ, ਇਸੇ ਕਰਕੇ ਲੋਕ ਸ਼ਾਇਦ ਵਿਸ਼ਵਾਸ ਕਰਨਾ ਛੱਡ ਗਏ ਆ। ਮਾਨ ਸਾਹਿਬ ਚਲੋ ਪ੍ਰੈਕਟੀਕਲ ਦੀ ਗੱਲ, ਤੁਸੀਂ ਸਪੀਚ ਦੀ ਗੱਲ ਕੀਤੀ ਆ, ਪਰ ਲੋਕ ਕਹਿੰਦੇ ਜੀ ਹੁਣ ਤੱਕ ਕਰਕੇ ਦਿਖਾਉਣਾ ਪੈਣਾ ਕੁਝ, ਕਿਉਂਕਿ ਬਰਗਾੜੀ ਤੇ ਵੀ ਮੋਰਚਾ ਲੱਗ ਜਾਂਦਾ, ਉੱਥੇ ਵੀ ਬਹੁਤ ਸਪੀਚਾਂ ਹੋਈਆਂ, ਬਹੁਤ ਇਕੱਠ ਹੋ ਗਿਆ। ਜਦੋਂ ਪੀਕ ਤੇ ਚਲੇ ਗਏ ਉਦੋਂ ਫੇਰ ਸਾਡੇ ਲੀਡਰ ਵਿਕਾਊ ਹੋ ਗਏ। ਵਿਸ਼ਵਾਸ ਹੀ ਨਹੀਂ ਬਾਈ, ਅੱਜ ਤਾਂ ਤੁਹਾਡੇ ਤੇ ਨਹੀਂ ਵਿਸ਼ਵਾਸ, ਅੱਜ ਤਾਂ ਤੁਹਾਨੂੰ ਵੀ ਕਹਿ ਰਹੇ ਨੇ ਵੀ ਇਹ ਤੇ ਬਾਈ ਹੁਣ ਦੇਖ ਲਿਓ ਆ ਕਮੈਂਟ ਇਹਦੇ ਥੱਲੇ ਬੀਜੇਪੀ ਦਾ ਬੰਦਾ ਤੁਹਾਨੂੰ ਗਦਾਰ ਦੱਸਣਾ। ਨਹੀਂ ਗੱਲ ਪਤਾ ਕੀ ਆ, ਇਹ ਵੀ ਸਾਡੀ ਤਰਾਸਦੀ ਹੋ ਗਈ ਵੀ ਸਾਨੂੰ ਆਪਦੇ ਬੰਦਿਆਂ ਦੀ ਸਮਝ ਉਦੋਂ ਆਉਂਦੀ ਆ ਜਦੋਂ ਬੰਦਾ ਕਹਿ ਦਿੰਦਾ ਵੀ ਯਾਰ ਚਲੋ ਹੁਣ ਬਹੁਤ ਹੋ ਗਿਆ, ਹੁਣ ਮੈਂ ਕੀ ਲੈਣਾ। ਪਰ ਇੱਕ ਆਗੂ 4 ਦਹਾਕਿਆਂ ਤੋਂ ਸਾਡੇ ਨਾਲ ਖੜਾ ਯਾਰ, ਜਿਹਨੇ ਜੇਲ੍ਹਾਂ ਵੀ ਕੱਟੀਆਂ, ਜਿਹਨੇ ਤਸੀਹੇ ਵੀ ਸਹੇ ਆ, ਜਿਹੜਾ ਹਰ ਸੰਘਰਸ਼ 'ਚੋਂ ਲੰਘਿਆ, ਉਹਨੇ ਅੱਜ ਤੱਕ ਨਹੀਂ ਕਿਹਾ ਮੈਂ ਕੀ ਲੈਣਾ। ਤੁਸੀਂ ਕਹਿੰਦੇ ਹੋ ਪ੍ਰੈਕਟੀਕਲ ਕਰਕੇ ਦਿਖਾਉਣਾ ਪਊਗਾ। ਬਾਈ ਜੀ ਇੱਕ ਹੋਰ ਗੱਲ ਆ, ਜਿਹੜੀ ਪੰਥ ਆ ਨਾ, ਜਦੋਂ ਸਰਬੱਤ ਖਾਲਸਾ ਹੋਈ ਜਾਂ ਬਰਗਾੜੀ ਦਾ ਮੋਰਚਾ ਲੱਗਿਆ, ਪੰਥ ਦੇ ਹੋਰ ਬਹੁਤ ਆਗੂ ਜਿਨ੍ਹਾਂ ਦੀ ਆਪਦੀ ਇੱਕ ਨੁਮਾਇੰਦਗੀ ਸੀ, ਉਹ ਵੀ ਉੱਥੇ ਇਕੱਠੇ ਹੋਏ। ਹੁਣ ਉੱਥੇ ਤੁਸੀਂ ਜੇ ਡਿਕਟੇਟਰਸ਼ਿਪ ਵਾਲਾ ਮਾਹੌਲ ਚਲਾਉਣੇ ਹੋ ਤਾਂ ਦੂਜੇ ਤੁਹਾਡੀ ਡਿਕਟੇਟਰਸ਼ਿਪ ਝੱਲਦੇ ਆ। ਉਹਨਾਂ ਨੂੰ ਤਾਂ ਉਹ ਐਂ ਕਹਿੰਦੇ ਆ ਵੀ ਤੁਸੀਂ ਤਾਂ ਚਾਹੇ ਸਹੀ ਕਿਉਂ ਨਾ ਹੋ, ਤੁਹਾਨੂੰ ਡਿਕਟੇਟਰ ਕਹਿਣਗੇ। ਜੇ ਤੁਸੀਂ ਮਿਲ ਕੇ ਨਹੀਂ ਚੱਲਦੇ ਤਾਂ ਤੁਹਾਨੂੰ ਇਹ ਕਹਿਣਗੇ ਵੀ ਯਾਰ ਅਸੀਂ ਨਹੀਂ ਮੰਨਦੇ। ਫਿਰ ਪੰਥ 'ਚ ਵਖਰੇਵੇਂ ਕਿੰਨੇ ਆ, ਉਹ ਵਖਰੇਵੇਂ ਵੀ ਕਿਉਂ ਪੈਦਾ ਹੋਏ ਆ? ਸੇਮ ਪ੍ਰੋਬਲਮ, ਸਾਡੇ ਕੋਲੇ ਕੋਈ ਆਪਦਾ ਸਟਰਕਚਰ ਨਹੀਂ ਆ। ਉਹ ਵਖਰੇਵਿਆਂ ਦੀ ਵਜ੍ਹਾ ਨਾਲ ਜਿਹੜੇ ਲੀਡਰ ਉੱਥੇ ਪਰਫਾਰਮ ਕਰਨਾ ਚਾਹੀਦਾ ਸੀ, ਲੋਕਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਨੀ ਚਾਹੀਦੀ ਸੀ, ਜਿਹੜੇ ਲੋਕਾਂ ਦੇ ਫੈਸਲੇ ਲੈ ਕੇ ਉਹਨਾਂ 'ਤੇ ਖਰੇ ਉਤਰਨਾ ਚਾਹੀਦਾ ਸੀ, ਉਹ ਖਿਸਕੇ ਉਹਨਾਂ ਫੈਸਲਿਆਂ ਤੋਂ ਤੇ ਉਹ ਡਿਸਕ੍ਰੈਡਿਟ ਹੋਏ। ਪਰ ਅੱਜ ਤੱਕ ਮਾਨ ਸਾਹਿਬ ਉਸੇ ਕ੍ਰੈਡੀਬਿਲਿਟੀ ਨੂੰ ਲੈ ਕੇ ਘੁੰਮ ਰਹੇ ਆ। ਆਪਣਾ ਉਹਨਾਂ ਦੇ ਨਾਲ ਆਉਣਾ ਤੇ ਖੜਨਾ ਇਸੇ ਕਰਕੇ ਆ ਕਿਉਂਕਿ ਉਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਉਹਨਾਂ ਨੇ ਕਦੇ ਲੂਜ਼ ਕੀਤੀ। ਸੰਘਰਸ਼ ਜ਼ਰੂਰ ਕੀਤਾ, ਆਪਾਂ ਨਿਰਾਸ਼ ਜ਼ਰੂਰ ਕਰਦੇ ਰਹੇ ਹਾਂ, ਪਰ ਮਾਨ ਸਾਹਿਬ ਕੋਲੇ ਅੱਜ ਤੱਕ ਕੋਈ ਸਮਝੌਤਾ ਸੁਣਿਆ ਮਾਨ ਸਾਹਿਬ ਦਾ ਕਿਸੇ ਸੈਂਟਰ ਦੀ ਪਾਰਟੀ ਨਾਲ ਹੋਇਆ ਹੋਵੇ? ਕੋਈ ਅੱਜ ਤੱਕ ਮਾਨ ਸਾਹਿਬ ਤੇ ਕੋਈ ਕਰਪਸ਼ਨ ਦਾ ਇਲਜ਼ਾਮ ਲੱਗ ਗਿਆ ਹੋਵੇ, ਕਿਸੇ ਤਰ੍ਹਾਂ ਦਾ ਹੋਰ ਇਲਜ਼ਾਮ ਲੱਗ ਗਿਆ ਹੋਵੇ ਮਾਨ ਸਾਹਿਬ ਤੇ? ਮਾਨ ਸਾਹਿਬ ਨੇ ਆਪਦੇ ਆਪ ਨੂੰ ਜਿਵੇਂ ਕੰਡਕਟ ਕੀਤਾ, ਜਿਵੇਂ ਮਾਨ ਸਾਹਿਬ ਦੇ ਜੋ ਉਹਨਾਂ ਦਾ, ਲੋਕਾਂ ਨੇ ਕਿਹਾ ਵੀ ਮਾਨ ਸਾਹਿਬ ਦੇ ਸਾਈਨ ਬਾਹਰ ਵਿਦੇਸ਼ ਦੇ ਵਿੱਚ ਨੌਜਵਾਨਾਂ ਨੂੰ ਪੱਕੇ ਕਰਨ ਲਈ ਹੁੰਦੇ, ਵੀ ਇਹਨਾਂ ਦੀ ਪਾਰਟੀ 30-30 ਹਜ਼ਾਰ ਰੁਪਇਆ, ਉਦੋਂ ਬਹੁਤ ਦੇਰ ਦੀ ਗੱਲ ਹੈ ਵੀ 30-30 ਹਜ਼ਾਰ ਰੁਪਇਆ ਲੈ ਕੇ ਹਰੇਕ ਦੇ ਹੀ ਸਾਈਨ ਕਰਨ ਲੱਗੇ, ਵੀ ਇਹ ਉਹਦੇ ਕਰਕੇ ਹੁਣ ਕਹਿੰਦੇ ਅਮਰੀਕਾ ਵਾਲੇ ਵੀ ਵਿਸ਼ਵਾਸ ਨਹੀਂ ਕਰਦੇ ਵੀ ਪਾਰਟੀ ਤੇ। ਨਹੀਂ ਬਾਈ ਜੀ ਆਏ ਨਹੀਂ ਆ। ਦੇਖੋ ਇੱਕ ਗੱਲ ਆ, ਇੱਕ ਆਗੂ ਨੇ ਤੁਹਾਡੇ ਲਈ ਸੰਘਰਸ਼ ਕੀਤਾ, ਉਸ ਆਗੂ ਨੇ ਇੱਕ ਆਰਗੇਨਾਈਜੇਸ਼ਨ ਖੜੀ ਕੀਤੀ ਆ, ਉਸ ਆਰਗੇਨਾਈਜੇਸ਼ਨ 'ਚ ਆਪਦੀਆਂ ਜ਼ਮੀਨਾਂ ਵੇਚ ਕੇ, ਆਪਦੀਆਂ ਐਸੈਟਸ ਵੇਚ ਕੇ ਵੀ ਲਾਏ ਆ ਪੈਸੇ। ਉਹ ਸਾਰੀ ਜ਼ਿੰਦਗੀ ਆਰਗੇਨਾਈਜੇਸ਼ਨ ਕਿਵੇਂ ਚੱਲੂਗੀ? ਆਪਦੇ ਕੋਲੇ ਤਾਂ ਇੰਨੇ ਪੈਸੇ ਨਹੀਂ ਹੁੰਦੇ ਨਾ, ਕੋਈ ਨਾ ਕੋਈ ਸਿਸਟਮ ਤਾਂ ਖੜਾ ਕਰਨਾ ਪਊ। ਫਿਰ ਜੇ ਅੱਜ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੀ ਧਰਤੀ, ਉੱਥੋਂ ਦੀਆਂ ਗਵਰਨਮੈਂਟਸ ਇਹਨਾਂ ਦੀ ਚਿੱਠੀ ਨੂੰ ਇਕਨੋਲੇਜ ਕਰਦੀਆਂ, ਉਹ ਐਂ ਥੋੜ੍ਹੀ ਕਰਨ ਲੱਗ ਪਈਆਂ, ਜਾਂ ਤਾਂ ਉਹ ਬੇਵਕੂਫ ਹੋਣਗੇ ਉਹਨਾਂ ਦੀ ਚਿੱਠੀ ਨੂੰ ਇਕਨੋਲੇਜ ਕਰੀ ਗਏ। ਉਹ ਜੇ ਇਹਨਾਂ ਦੀ ਚਿੱਠੀ ਨੂੰ ਇਕਨੋਲੇਜ ਕਰਦੀਆਂ, ਉਹਨਾਂ ਨੂੰ ਪਤਾ ਕੌਮ ਦਾ ਜਰਨੈਲ ਕੌਣ ਆ, ਕੌਮ ਦਾ ਲੀਡਰ ਕੌਣ ਆ। ਜੇ ਉਹਦੇ ਲਈ 30,000 ਰੁਪਏ ਲੈ ਵੀ ਲਏ ਤਾਂ ਉਹ ਮਾਨ ਸਾਹਿਬ ਨੇ ਆਪਦੀ ਜੇਬ 'ਚ ਪਾਉਣ ਖਾਤਰ ਥੋੜ੍ਹੀ ਲਏ ਆ, ਉਹ ਤਾਂ ਅੱਜ ਵੀ ਕੁੜਤਾ ਪਜਾਮਾ ਪਾਈ ਬੈਠੇ ਆ। ਮਾਨ ਸਾਹਿਬ ਦੇ ਇੱਕ ਆਰਗੇਨਾਈਜੇਸ਼ਨ ਆ ਬਾਈ, ਉਸ ਆਰਗੇਨਾਈਜੇਸ਼ਨ ਨੂੰ ਚਲਾਉਣ ਵਾਸਤੇ ਕੋਈ ਫੰਡ ਕਿਵੇਂ ਲਾਓਗੇ ਤੁਸੀਂ? ਔਰ ਤੁਹਾਨੂੰ ਉਹ ਪੋਜੀਸ਼ਨ ਨਹੀਂ ਦਿੱਤੀ ਜਾਂਦੀ, ਤੁਹਾਨੂੰ ਆਈਸੋਲੇਟ ਕਰਕੇ ਰੱਖਿਆ ਜਾਂਦਾ ਸਿਆਸਤ 'ਚ। ਇੱਕ ਗੱਲ ਇਹ ਫੜਾ ਦਿੱਤੀ ਜਾਂਦੀ ਆ ਵੀ ਇਹਨਾਂ ਨੂੰ ਸਿਆਸਤ ਹੀ ਨਹੀਂ ਕਰਨੀ ਆਉਂਦੀ, ਇਹ ਤਾਂ ਕਿਰਪਾਨ ਤੇ ਅੜ ਜਾਂਦੇ ਆ। ਜਿਹੜਾ ਗੁਣ ਹੋਣਾ ਚਾਹੀਦਾ ਸੀ, ਜਿਹਦੇ ਤੇ ਸਾਡਾ ਮਾਣ ਹੋਣਾ ਚਾਹੀਦਾ ਸੀ, ਉਹਨੂੰ ਔਗਣ ਬਣਾ ਕੇ ਪੇਸ਼ ਕਰਤਾ ਸਾਡੇ ਸਾਹਮਣੇ, ਤੇ ਆਪਾਂ ਮੰਨੀ ਵੀ ਗਏ ਹਾਂ ਵੀ ਇਹਨਾਂ ਨੂੰ ਸਿਆਸਤ ਨਹੀਂ ਕਰਨੀ ਆਉਂਦੀ, ਤੇ ਜਮਾਂ ਆਈਸੋਲੇਟ ਹੋ ਗਏ। ਉਹਨੇ ਸਰਵਾਈਵ ਵੀ ਤਾਂ ਕਰਨਾ ਨਾ। ਸੋ ਸਰਵਾਈਵਲ ਕਿੱਥੋਂ ਨਿਕਲੂਗਾ? ਸਰਵਾਈਵਲ ਪਬਲਿਕ ਫੰਡਿੰਗ ਤੋਂ ਹੀ ਨਿਕਲਦਾ ਆਰਗੇਨਾਈਜੇਸ਼ਨ ਦਾ। ਤੇ ਜੇ ਪਬਲਿਕ ਫੰਡਿੰਗ ਨਹੀਂ ਹੋ ਰਹੀ, ਕਿਉਂਕਿ ਉਹਨਾਂ ਨੂੰ ਕਦੇ ਚਮਕਾਇਆ ਹੀ ਨਹੀਂ ਗਿਆ,
ਸੋ ਫਿਰ ਮਾਨ ਸਾਹਿਬ ਨੇ ਜਿਹੜਾ ਆਪਦਾ ਕੋਈ ਉਹਨਾਂ ਦਾ ਇੱਕ ਕਿਤੇ ਐਕਨੋਲੇਜ ਕਰਦੀ ਸੀ ਕੋਈ ਬਾਹਰ ਦੀ ਗਵਰਨਮੈਂਟ ਵੀ ਤੁਸੀਂ ਚਿੱਠੀ ਲੈ ਕੇ ਆਓ, ਉਹਦੇ ਤੇ 30,000 ਰੁਪਇਆ ਫੀਸ ਵੀ ਰੱਖਤੀ। ਕਿੱਡੀ ਕੁ ਗੱਲ ਆ ਯਾਰ ਉਹ। ਹਲੇ ਹੋਰ ਕਿੰਨੇ ਕੁ ਦਹਾਕਿਆਂ ਤੱਕ ਸਾਨੂੰ ਇਹ ਜਿਹੜਾ ਹੈਗਾ ਸੰਘਰਸ਼ ਕਰਨਾ ਪਊਗਾ? ਜਿਵੇਂ ਆਪਾਂ ਇਹ ਕਹਿ ਰਹੇ ਹਾਂ, ਕਿਉਂਕਿ ਮੈਨੂੰ ਵੀ ਇਹੀ ਕਿਸੇ ਨੇ ਕਹਿ ਕੇ ਕੀਤਾ ਵੀ ਯਾਰ ਘੱਟੋ ਘੱਟ ਤੁਸੀਂ ਦਿਖਾਓ ਵੀ ਸਵਾਲ ਚਾਹੇ ਗਰਮ ਕਰ ਲਓ ਕਹਿੰਦੇ, ਪਰ ਮਾਨ ਸਾਹਿਬ ਨੂੰ ਤਾਂ ਘੱਟੋ ਘੱਟ ਦਿਖਾਓ ਇੱਕ ਸੀਟ ਤਾਂ ਜਿੱਤੀਏ। ਅੱਜ ਇੱਕ ਸੀਟ ਦੀ ਗੱਲ ਕਰਦੇ, 117 ਸੀਟਾਂ ਤੱਕ ਪਹੁੰਚਣ ਲਈ ਕਿੰਨੀਆਂ ਕੁ ਪੀੜ੍ਹੀਆਂ? ਭਾਈ ਦੇਖੋ, ਇੱਕ ਸਾਡਾ ਜਰਨੈਲ, ਇਹ ਬਹੁਤ ਲੋਕ ਇਹ ਸਵਾਲ ਕਰਦੇ ਆ ਵੀ ਇੱਕ ਸੀਟ ਨਾਲ ਕੀ ਹੋ ਜੂ, ਸਰਕਾਰ ਤਾਂ ਬਣਨੀ ਨਹੀਂ। ਜਿਹੜੀਆਂ ਸਰਕਾਰਾਂ ਬਣ ਗਈਆਂ ਉਹਨਾਂ ਨੇ ਕੀ ਕਰਤਾ ਸਾਡਾ? ਹੁਣ ਜੇ ਇੱਕ ਸਾਡਾ ਜਰਨੈਲ ਤਾਂ ਇੱਕ ਵਾਰੀ ਗੂੰਜੇ, ਸਾਡੀ ਆਵਾਜ਼ ਤਾਂ ਗੂੰਜੇ ਜਾ ਕੇ ਅਸੈਂਬਲੀ 'ਚ, ਜਦੋਂ ਦੁਸ਼ਮਣ ਦੇ ਕਿਲੇ 'ਚ ਸਾਡੀ ਆਵਾਜ਼ ਗੂੰਜੂਗੀ ਫਿਰ ਕੋਈ ਨਹੀਂ, ਕਿਲਾ ਵੀ ਸਰ ਕਰ ਲਾਂਗੇ। ਸੋ ਅੱਜ ਦੀ ਡੇਟ 'ਚ ਜਿਹੜੀ ਉਹ ਆਵਾਜ਼ ਆ ਉਹ ਸਾਡੀ ਗੂੰਜਣੀ ਚਾਹੀਦੀ ਆ। ਜੇ ਇੱਕ ਆਵਾਜ਼ ਵੀ ਨਾ ਗੂੰਜੀ ਫਿਰ ਅਸੀਂ ਕਰਾਂਗੇ ਕੀ? ਸੋ ਇਸ ਕਰਕੇ ਮੇਰੀ ਬੇਨਤੀ ਆ ਸਾਰੇ ਕੌਮ ਨੂੰ, ਪੰਜਾਬੀ ਭਾਈਚਾਰੇ ਨੂੰ, ਵੀ ਤੁਸੀਂ ਮਾਨ ਸਾਹਿਬ ਨੂੰ ਬਹੁਮਤ ਨਾਲ ਜਿਤਾਓ। ਇਸ ਖਾਤਰ ਆਪਾਂ ਨੂੰ ਸੰਘਰਸ਼ ਨਾ ਕਰਨਾ ਪਵੇ। ਮਾਨ ਸਾਹਿਬ ਦੀ ਪਾਰਟੀ ਦੇ ਹੋਰ ਨੁਮਾਇੰਦਿਆਂ ਨੂੰ ਵੀ ਜਿਤਾਓ, ਸਾਨੂੰ ਇਸ ਖਾਤਰ ਕੋਈ ਸੰਘਰਸ਼ ਨਾ ਕਰਨਾ ਪਵੇ। ਤੇ ਇਸ ਲਈ ਅਗਲੀ ਵਾਰ ਤੋਂ ਕਿਲਾ ਵੀ ਆਪਾਂ ਸਰ ਕਰਾਂਗੇ, ਐਡੀ ਕੋਈ ਗੱਲ ਨਹੀਂ। ਅਕਾਲ ਪੁਰਖ ਵਾਹਿਗੁਰੂ ਮਿਹਰ ਕਰੂਗਾ। ਜਥੇਬੰਦੀਆਂ ਕਿਉਂ ਨਹੀਂ ਮਤਲਬ ਕਿ ਵਿਸ਼ਵਾਸ ਕਰ ਰਹੀਆਂ ਜਾਂ ਜਥੇਬੰਦੀਆਂ ਨਾਲ ਕਿਉਂ ਨਹੀਂ ਆ ਰਹੀਆਂ? ਸੰਤ ਸਮਾਜ, ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਨੂੰ ਸਿੱਧੇ ਤੌਰ ਤੇ ਧੂਮਾ ਸਾਹਿਬ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਸਮਰਥਨ ਦਿੰਦੇ। ਉਹਨਾਂ ਨੂੰ ਇਹ ਪੁੱਛੋ ਵੀ ਜਿਹੜਾ ਸਮਰਥਨ ਤੁਸੀਂ ਉਹਨਾਂ ਨੂੰ ਦਿੱਤਾ, ਉਦੋਂ ਪਹਿਲਾਂ ਆਪਦੇ ਆਪ ਨੂੰ ਇੱਕ ਸਵਾਲ ਕਰੋ ਵੀ ਇਹ ਉਹ ਸੰਤ ਸਮਾਜ ਆ ਜਾਂ ਇਹ ਉਹ ਟਕਸਾਲ ਆ ਜਿਹਦੇ ਪਹਿਲੇ ਮੁਖੀ ਨੇ ਬਾਣੀ ਲਿਖਦੇ ਲਿਖਦੇ ਖੰਡਾ ਵਾਹਿਆ ਸੀ, ਬਾਬਾ ਦੀਪ ਸਿੰਘ ਜੀ ਨੇ। ਇਹ ਉਹ ਟਕਸਾਲ ਆ ਜਿਨ੍ਹਾਂ ਨੇ ਸ਼ਹਾਦਤ ਕਿੱਥੇ ਦਿੱਤੀ? ਦਰਬਾਰ ਸਾਹਿਬ ਜਾ ਕੇ। ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਸ਼ਹਾਦਤ ਕਿੱਥੇ ਦਿੱਤੀ? ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ। ਤੇ ਤੁਸੀਂ ਉਸ ਗੱਦੀ ਤੇ ਬਿਰਾਜਮਾਨ ਹੋ। ਤੁਸੀਂ ਇਹ ਸਵਾਲ ਆਪਦੇ ਆਪ ਨੂੰ ਕਰੋ ਵੀ ਜੋ ਤੁਸੀਂ ਫੈਸਲੇ ਲੈ ਰਹੇ ਹੋ, ਇਹ ਅੱਜ ਜੇ ਸੰਤ ਜਰਨੈਲ ਸਿੰਘ ਹੁੰਦੇ ਉਹਨਾਂ ਨੇ ਵੀ ਇਹ ਫੈਸਲਾ ਲੈਣਾ ਸੀ, ਕਿ ਬਾਬਾ ਦੀਪ ਸਿੰਘ ਹੁੰਦੇ ਉਹਨਾਂ ਨੇ ਵੀ ਇਹੀ ਫੈਸਲਾ ਲੈਣਾ ਸੀ। ਇਹ ਸਵਾਲ ਆਪਦੇ ਆਪ ਨੂੰ ਕਰਨਾ। ਉਹ ਜੇ ਅੱਜ ਸੰਤ ਜਰਨੈਲ ਸਿੰਘ ਹੁੰਦੇ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਦੀ ਆਹ ਸਥਿਤੀ ਹੁੰਦੀ ਜੋ ਅੱਜ ਦੀ ਕਹੀ ਜਾਂਦੀ ਹੈ? ਦੇਖੋ, ਜੇ ਸੰਤ ਜਰਨੈਲ ਸਿੰਘ ਅੱਜ ਸਾਡੇ 'ਚ ਹੁੰਦੇ ਤਾਂ ਫਿਰ ਕੌਮ ਕਿਸ ਚੜ੍ਹਦੀ ਕਲਾ ਦੇ ਆਲਮ 'ਚ ਹੁੰਦੀ, ਇਹ ਆਪਾਂ ਸਾਰਿਆਂ ਨੂੰ ਪਤਾ। ਕਿਉਂਕਿ ਉਹਨਾਂ ਨੂੰ ਕੋਈ ਸਪਸ਼ਟਤਾ 'ਚ ਉਹਨਾਂ ਦੀ 'ਚ ਕੋਈ ਕਿੰਤੂ ਪਰੰਤੂ ਹੀ ਨਹੀਂ ਸੀ। ਉਹਨਾਂ ਨੂੰ ਬਿਲਕੁਲ ਕਲੀਅਰ ਸੀ ਕੌਮ ਦੀ ਪੋਜੀਸ਼ਨ ਕੀ ਆ, ਸਾਡੀਆਂ ਸਰਦਾਰੀਆਂ ਕੀ ਆ। ਅਸੀਂ ਟਿਕਟਾਂ ਝੋਲੀ ਅੱਡ ਕੇ ਮੰਗਣ ਵਾਲੇ ਲੋਕ ਹਾਂ ਕਿ ਟਿਕਟਾਂ ਦੇਣ ਵਾਲੇ ਲੋਕ ਹਾਂ? ਅਸੀਂ ਖਰਾਤਾਂ ਮੰਗਣ ਵਾਲੇ ਲੋਕ ਹਾਂ ਕਿ ਖਰਾਤਾਂ ਦੇਣ ਵਾਲੇ ਲੋਕ ਹਾਂ? ਸੋ ਉਹਨਾਂ ਦੀ ਸਪਸ਼ਟਤਾ 'ਚ ਤਾਂ ਕੋਈ ਵੀ ਆਪਾਂ ਕਿੰਤੂ ਪਰੰਤੂ ਕਰ ਹੀ ਨਹੀਂ ਸਕਦੇ। ਫਿਰ ਉਹਨਾਂ ਕੋਲੇ ਉਹ ਸੂਖਮ ਦ੍ਰਿਸ਼ਟੀ ਵੀ ਸੀ ਜਿਹੜੀ ਕਿਸੇ ਕੌਮ ਦੇ ਲੀਡਰ ਕੋਲੇ ਹੋਣੀ ਚਾਹੀਦੀ ਆ। ਔਰ ਉਦੋਂ ਸਾਡੇ ਇੱਕ ਸਰਦਾਰ ਕਪੂਰ ਸਿੰਘ ਵਰਗੇ ਜਿਹੜੇ ਐਡੇ ਇੰਟੈਲੈਕਚੁਅਲੀ ਆਪਣੇ ਜਿਹੜੇ ਰੌਸ਼ਨ ਦਿਮਾਗ ਸਾਡੇ ਕੋਲੇ ਲੀਡਰ ਵੀ ਬੈਠੇ ਸੀ, ਹੋਰ ਬੜੇ ਲੀਡਰ ਬੈਠੇ ਸੀ। ਪਰ ਸਾਡੀ ਤਰਾਸਦੀ ਇਹ ਰਹੀ ਵੀ ਸਾਡੇ ਕੋਲੇ ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਤੋਂ ਬਿਨਾਂ ਕੋਈ ਅੱਜ ਦੀ ਡੇਟ 'ਚ ਜੇ ਆਪਦੀ ਕੌਮੀਅਤ ਨੂੰ ਰਿਪਰੈਜ਼ੈਂਟ ਕਰਨ ਵਾਲਾ, ਪੰਜਾਬੀ ਭਾਈਚਾਰੇ ਨੂੰ ਰਿਪਰੈਜ਼ੈਂਟ ਕਰਨ ਵਾਲਾ ਕੋਈ ਲੀਡਰ ਹੀ ਹੈ ਨਹੀਂ ਭਾਈ। ਤੇ ਇੱਕ ਕੱਲ ਤੁਸੀਂ ਹੱਥ 'ਚ ਝਾੜੂ ਫੜਿਆ, ਇੱਕ ਸਾਈਡ ਕਿਰਪਾਨ। ਕੱਲ ਲੋਕਾਂ ਦੀ ਇਹ ਵੀ ਰਾਏ ਸੀਗੀ, ਉਹ ਕਹਿੰਦੇ ਵੀ ਤੁਸੀਂ ਕਿਰਪਾਨ ਤਾਂ ਦਿਖਾ ਰਹੇ ਹੋ, ਝਾੜੂ ਤਾਂ ਉਹਨਾਂ ਦਾ ਚੋਣ ਨਿਸ਼ਾਨ ਹੈ, ਵੀ ਤੁਸੀਂ ਕਹਿੰਦੇ ਝਾੜੂ ਫੜਨਾ। ਉਹ ਕਹਿੰਦੇ ਉਹਨਾਂ ਕੋਲ ਬਾਲਟੀ ਹੈ, ਕੌਮ ਤਾਂ ਬਾਲਟੀਆਂ ਚੱਕਣ ਵਾਲੀ ਵੀ ਨਹੀਂ ਹੈਗੀ। ਦੇਖੋ, ਬਾਲਟੀ ਅਸੀਂ ਤਾਂ ਨਹੀਂ ਲਈ। ਸਾਨੂੰ ਜੇ ਇਹ ਕਹਿੰਦੇ ਵੀ ਤੁਸੀਂ ਚੁਣ ਲਓ, ਅਸੀਂ ਤਾਂ ਫਿਰ ਦੋ ਸ਼੍ਰੀ ਸਾਹਿਬ ਆਏ ਜਿਹੜੀਆਂ ਲੱਗੀਆਂ ਹੁੰਦੀਆਂ ਉਹ ਚੁਣਦੇ। ਇਹ ਤਾਂ ਮਾਨਸਿਕਤਾ ਇਹਨਾਂ ਦੀ ਆ। ਬਾਲਟੀਆਂ ਇਹ ਦਿੰਦੇ ਆ ਸਾਨੂੰ, ਇਹ ਤਾਂ ਚੋਣ ਕਮਿਸ਼ਨ ਦਿੰਦਾ। ਹੁਣ ਮੈਂ ਵੀ ਸੋਚ ਰਿਹਾ ਸੀ ਵੀ ਯਾਰ ਬਾਲਟੀ, ਚੋਣ ਕਮਿਸ਼ਨ ਨੂੰ ਵੀ ਸੋਚਣਾ ਚਾਹੀਦਾ ਵੀ ਬਾਲਟੀ ਕਿਵੇਂ ਚੋਣ ਨਿਸ਼ਾਨ ਹੋ ਸਕਦਾ ਯਾਰ। ਪਰ ਇਹਨਾਂ ਦੀ ਮਾਨਸਿਕਤਾ ਹੀ ਝਾੜੂ ਬਾਲਟੀਆਂ ਵਾਲੀ ਆ, ਸਾਡੀ ਮਾਨਸਿਕਤਾ ਸ਼੍ਰੀ ਸਾਹਿਬ ਵਾਲੀ ਆ। ਤੇ ਸਾਡੇ ਕੋਲੇ ਸਾਡੇ ਗੁਰੂ ਨੇ ਸਾਨੂੰ ਪਛਾਣ ਦਿੱਤੀ ਆ ਉਹ। ਸੋ ਇਸ ਕਰਕੇ ਉਸ ਪਛਾਣ ਤੋਂ ਮੁਨਕਰ ਨਹੀਂ ਹੋ ਸਕਦੇ। ਜਿਹੜਾ ਇੱਕ ਸਾਈਡ ਝਾੜੂ ਫੜਿਆ ਸੀ, ਇੱਕ ਸਾਈਡ ਸ਼੍ਰੀ ਸਾਹਿਬ ਪੜ੍ਹੀ ਸੀ, ਉਹ ਲੋਕਾਂ ਨੂੰ ਸਿਰਫ ਇੰਨੀ ਗੱਲ ਦੱਸੀ ਸੀ ਵੀ ਤੁਹਾਡੀ ਪਛਾਣ ਕਿਹੜੀ ਆ, ਤੁਸੀਂ ਇਹ ਦੱਸੋ ਸਾਨੂੰ। ਆਪਦੇ ਆਪ ਨੂੰ ਪੁੱਛ ਲਓ, ਆਪਦੇ ਆਪ ਨੂੰ ਜਵਾਬ ਦੇ ਦਿਓ। ਲੋਕਾਂ ਨੂੰ ਜਵਾਬ ਮਿਲ ਗਿਆ। ਜੇ ਝਾੜੂ ਚੱਕਣਾ ਤਾਂ ਛਿੱਤਰ ਖਾਓਗੇ। ਇਹਨਾਂ ਨੇ ਹੱਥ 'ਚ ਝਾੜੂ ਫੜਾ ਦੇਣਾ, ਗਲੀਆਂ ਨਾਲੀਆਂ ਸੁੰਭਰਦੇ ਫਿਰਿਓ, ਤੇ ਜਦੋਂ ਇਹਨਾਂ ਦਾ ਮਨ ਕਰੂਗਾ ਤੁਹਾਡੇ ਆ ਕੇ 4 ਛਿੱਤਰ ਵੀ ਮਾਰ ਜਾਣਗੇ। ਤੇ ਮੈਜੋਰਿਟੀ ਨੇ ਇਹਨਾਂ ਨੂੰ ਕੀ ਕਰਨਾ, ਇਹਨਾਂ ਦੀਆਂ ਵੋਟਾਂ ਪਾ ਗਵਰਨਮੈਂਟਾਂ ਬਣਾਉਣੀਆਂ। ਤੇ ਜੇ ਹੱਥ 'ਚ ਸ਼੍ਰੀ ਸਾਹਿਬ ਫੜੀ ਹੋਊਗੀ ਤੇ ਫੇਰ ਨਾ ਤਾਂ ਛਿੱਤਰ ਪੈਣ
ਤੇ ਜਦੋਂ ਸਮਾਂ ਆਊਗਾ ਉਦੋਂ ਆਪਦੇ ਹੱਕ ਵੀ ਲੈ ਲਾਂਗੇ। ਤੇ 24 ਚ ਕਿਹਦੇ ਲਈ ਪ੍ਰਚਾਰ ਕਰੋਗੇ ਤੇ ਅੱਗੇ 27 ਚ ਕਿਹਦੇ ਲਈ ਕਰੋਗੇ? ਕਿਉਂਕਿ ਤੁਸੀਂ ਪਹਿਲੇ ਸਨੀ ਦਿਓਲ ਲਈ, ਅੱਜ ਮਾਨ ਸਾਹਿਬ ਲਈ ਕਰ ਲੂ, ਇਹ ਨਾ ਹੋਵੇ ਵੀ 24 ਦੇ ਵਿੱਚ ਕਿਸੇ ਹੋਰ ਲਈ ਕਰਦੇ ਹੋ। ਹੁਣ ਬਾਈ ਉਹ ਤਾਂ ਸਮਾਂ ਦੱਸੂ, ਪਰ ਜਿੱਥੇ ਮੈਂ ਅੱਜ ਖੜਾ ਬਸ ਵਾਹਿਗੁਰੂ। ਭਾਜਪਾ ਨੂੰ ਕਿਵੇਂ ਵੇਖਦੇ ਹੋ ਹੁਣ? ਭਾਜਪਾ ਨੂੰ ਬਾਈ ਸਾਡੇ ਦੁਸ਼ਮਣ ਆ। ਦੁਸ਼ਮਣ ਕਿਵੇਂ ਆ ਬਾਈ? ਤੁਹਾਡੇ ਹੌਬੀ ਧਾਲੀਵਾਲ ਜਿਹੜੇ ਤੁਹਾਡੀ ਫਿਲਮ 'ਚ ਕੰਮ ਵੀ ਕਰਨ ਲੱਗੇ ਸੀ, ਉਹ ਤੇ ਕਹਿੰਦੇ ਬਹੁਤ ਵਧੀਆ ਪਾਰਟੀ, ਇੱਕ ਵਾਰ ਕਹਿੰਦੇ ਮੈਂ ਸਿਰਫ ਮੁਲਾਕਾਤ ਕਰਵਾਉਣੀ ਆਪਣੇ ਸਾਥੀਆਂ ਦੀ, ਉਹਨਾਂ ਨੇ ਕਹਿਣਾ ਵਾਹ ਵੀ ਨਜ਼ਾਰੀ ਆ। ਮੇਰੀ ਗੱਲ ਸੁਣੋ, ਹੁਣ ਮੈਂ ਜਦੋਂ ਸਨੀ ਬਾਈ ਨਾਲ, ਮੇਰਾ ਤਾਂ ਪਰਿਵਾਰਕ ਰਿਲੇਸ਼ਨ ਸੀ, ਜਦੋਂ ਉਹਨਾਂ ਨੂੰ ਟਿਕਟ ਮਿਲੀ ਤੇ ਮੇਰਾ ਵਾਸਤਾ ਇਹਨਾਂ ਸਾਰਿਆਂ ਨਾਲ ਪਿਆ। ਮੈਂ ਤਾਂ ਕਦੇ ਮੁਨਕਰ ਹੀ ਨਹੀਂ ਹੋਇਆ ਵੀ ਮੈਂ ਮੋਦੀ ਸਾਹਿਬ ਤੋਂ ਲੈ ਕੇ ਅਮਿਤ ਸ਼ਾਹ, ਨਿਤਿਨ ਗਡਕਰੀ, ਪਿਊਸ਼ ਗੋਇਲ, ਇਹਨਾਂ ਸਾਰਿਆਂ ਨੂੰ ਜਾਣਦਾ ਹੈ ਨਾ, ਔਰ ਇਹਨਾਂ ਨੂੰ ਮੈਂ ਬੜੇ ਨੇੜਿਓਂ ਦੇਖਿਆ ਹੋਇਆ। ਪਰ ਜਦੋਂ ਸਾਡੇ ਤੇ ਕੋਈ ਮੁਸੀਬਤ ਆਈ, ਉਦੋਂ ਮੈਂ ਆਪਦੀ ਕੌਮੀਅਤ ਨੂੰ, ਆਪਦੇ ਇਤਿਹਾਸ ਨੂੰ, ਸਾਡੇ ਜਿਹੜੇ ਲੋਹ ਪੁਰਸ਼ ਜਿਨ੍ਹਾਂ ਨੂੰ ਆਪਾਂ ਕਹਿ ਦਈਏ, ਸਾਡੇ ਆਗੂ, ਸਾਡੇ ਜਰਨੈਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ, ਜਾਂ ਹੋਰ ਸਾਡੇ ਆਗੂਆਂ ਨੂੰ, ਸਾਡੇ ਗੁਰੂ ਸਾਹਿਬਾਨਾਂ ਨੂੰ, ਉਹ ਸਿਧਾਂਤਾਂ ਨੂੰ ਸਮਝਿਆ। ਉਦੋਂ ਪਹਿਲਾਂ ਸਿਧਾਂਤ ਦੀ ਸਮਝ ਨਹੀਂ ਸੀ। ਜਦੋਂ ਤੱਕ ਤੁਹਾਡੇ ਕੋਲੇ ਸਿਧਾਂਤ ਦੀ ਸਮਝ ਨਾ ਹੋਵੇ ਨਾ, ਕਿਹੜੇ ਪਾਸੇ ਖੜੋਗੇ ਜਾ ਕੇ, ਉਹ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੁੰਦਾ। ਸੋ ਜਦੋਂ ਸਿਧਾਂਤ ਦੀ ਸਮਝ ਆਈ, ਉਦੋਂ ਆਪਦੇ ਪਾਸੇ ਆ ਕੇ ਖੜ ਗਏ। ਹੁਣ ਇਹ ਵੀ ਗੱਲ ਆ ਵੀ ਇਹ ਤਾਂ ਵਾਹਿਗੁਰੂ ਨੇ ਤੁਹਾਨੂੰ ਹਿੰਮਤ ਹੌਸਲਾ ਬਖਸ਼ਣਾ ਹੁੰਦਾ। ਕੱਲ ਨੂੰ ਮੈਂ ਵੀ ਕਿਸੇ ਪਾਸੇ ਤੁਰ ਗਿਆ, ਜੁੱਤੀਆਂ ਮਾਰਿਓ ਮੇਰੇ, ਇਹ ਤਾਂ ਬੰਦਾ ਫਿਰ ਡਿਜ਼ਰਵ ਕਰਦਾ ਨਾ। ਪਰ ਜਿੱਥੇ ਅੱਜ ਖੜੇ ਆ ਉੱਥੇ ਹੀ ਖੜੇ ਰਹਾਂਗੇ। ਤੇ ਧਾਲੀਵਾਲ ਦੇ ਬਾਰੇ ਜਦੋਂ ਪਤਾ ਲੱਗਿਆ, ਇਹ ਵੀ ਪਤਾ ਲੱਗਦਾ ਕਹਿੰਦੇ ਜੋਰਾ ਰਿਪੀਟ ਦੇ ਵਿੱਚ ਉਹ ਤੁਹਾਡੇ ਨਾਲ ਕੰਮ ਕਰ ਰਹੇ ਸੀ। ਹਾਂਜੀ, ਜੋਰਾ ਰੀਲੋਡਡ 'ਚੋਂ ਸੀਗੇ। ਤਾਂ ਜੋਰਾ ਰੀਲੋਡਡ ਪੁਰਾਣੀ ਕਹਾਣੀ ਆ, ਜਾਂ ਉਹ ਪਹਿਲੇ ਪਾਰਟ 'ਚ ਉਹਨਾਂ ਦੀ ਤਾਂ ਵੈਸੇ ਉਹ ਮਰ ਗਏ ਸੀ, ਪਰ ਜੇ ਪੁਰਾਣੀ ਕਹਾਣੀ ਆ ਤਾਂ ਉਹਨਾਂ ਨੇ ਵਾਪਸ ਆਉਣਾ ਸੀ। ਪਰ ਹੁਣ ਉਹਨਾਂ ਦੀ ਜਦੋਂ ਐਸੋਸੀਏਸ਼ਨ ਬੀਜੇਪੀ ਨਾਲ ਹੋ ਗਈ, ਤੇ ਉਸ ਐਸੋਸੀਏਸ਼ਨ ਨੂੰ ਸਿਧਾਂਤਕ ਲੈਵਲ ਤੇ ਜੇ ਦੇਖੀਏ, ਫਿਰ ਉਹਨਾਂ ਨੂੰ ਫਿਲਮ 'ਚੋਂ ਪਾਸੇ ਕਰਨਾ ਪਿਆ। ਇਸ ਕਰਕੇ ਆਪਾਂ ਕੱਢਤਾ ਜੀ। ਕੱਢਤੇ? ਹਾਂਜੀ ਹਾਂਜੀ, ਕਿ ਪਹਿਲੇ ਮਰ ਗਏ ਸੀ ਉਹ, ਮਾਰਤੇ। ਤੇ ਹੁਣ ਲੋਕ ਕਮੈਂਟ ਕਰ ਰਹੇ, ਕਹਿੰਦੇ ਹੁਣ ਜ਼ਮੀਰ ਮਰਿਆ ਹੈ। ਕਿਹਨਾਂ ਦਾ? ਉਹਨਾਂ ਦਾ ਹੀ। ਨਹੀਂ, ਦੇਖੋ ਗੱਲ ਇਹ ਆ, ਜਾਂ ਤਾਂ ਹੌਬੀ ਬਾਈ ਨੂੰ ਬੀਜੇਪੀ ਛਡਾਵਾਂਗੇ ਤੇ ਇਹ ਆਪਦੇ ਵਾਲੇ ਪਾਸੇ ਲੈ ਕੇ ਆਵਾਂਗੇ, ਜਾਂ ਫਿਰ ਉਹ ਕੰਮ ਕਦੇ ਉਹਨਾਂ ਨਾਲ ਨਹੀਂ ਇਕੱਠਾ ਕਰ ਸਕਦੇ। ਮੇਰੀ ਤਾਂ ਇੱਕ ਫਿਲਮ ਸ਼ੂਟ ਹੋਈ ਪਈ ਆ, 60-70% ਹੌਬੀ ਬਾਈ ਉਹਦੇ 'ਚ ਮੇਨ ਕੈਰੈਕਟਰ ਆ, ਮੇਰੇ ਤਾਇਆ ਬਣੇ ਆ ਉਹਦੇ 'ਚ ਦੇਸੀ। ਹੁਣ ਉਹਦਾ ਕੀ ਕਰਾਂਗੇ ਇਹ ਵੀ ਨਹੀਂ ਪਤਾ। ਪੰਗਾ ਤਾਂ ਲੈ ਲੈਂਦੇ ਆ ਆਪਾਂ, ਪਰ ਬਾਅਦ 'ਚ ਦੇਖੀਦਾ ਕੀ। ਪਰ ਜਦੋਂ ਤੱਕ ਉਹ ਬੀਜੇਪੀ ਨਾਲ ਉਹਨਾਂ ਦਾ ਸੰਬੰਧ ਆ, ਉਦੋਂ ਤੱਕ ਕੰਮ ਨਹੀਂ ਕਰਾਂਗੇ। ਫਿਰ ਪੂਰਾ ਸਟੈਂਡ ਲਿਆ ਹੋਇਆ? ਹਾਂਜੀ ਹਾਂਜੀ। ਚਲੋ ਬਿਲਕੁਲ। ਇਹ ਸੀ ਬਾਈ ਦੀਪ ਸਿੱਧੂ, ਜਿਨ੍ਹਾਂ ਦੇ ਵੱਲੋਂ ਹਲਕਾ ਅਮਰਗੜ੍ਹ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦਾ ਸਮਰਥਨ ਕੀਤਾ ਜਾ ਰਿਹਾ, ਉਹਨਾਂ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਤੇ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੀ 10 ਮਾਰਚ ਨੂੰ ਜਦੋਂ ਨਤੀਜੇ ਆਉਂਦੇ ਨੇ, ਤਾਂ ਦੀਪ ਸਿੱਧੂ ਹੋਰਾਂ ਦੇ ਵੱਲੋਂ ਕੀਤਾ ਗਿਆ ਇਹ ਪ੍ਰਚਾਰ ਕਿੰਨਾ ਕੁ ਦਮਖਮ ਰੱਖਦਾ ਹੈ, ਕੀ ਨਤੀਜਾ ਸਾਹਮਣੇ ਆਉਂਦਾ ਹੈ, ਇਹ ਫਿਰ 10 ਮਾਰਚ ਨੂੰ ਪਤਾ ਲੱਗੇਗਾ। ਸਤਨਾਮ ਸਿੰਘ ਤੇ ਮਨਵਿੰਦਰ ਸਿੰਘ ਟਵਾਣਾ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਹਲਕਾ ਅਮਰਗੜ੍ਹ।